ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਕੁਝ ਮੁੱਦੇ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਲਈ। ਕੈਨੇਡਾ ਦੀਆਂ ਅਖਬਾਰਾਂ ਦੇ ਵਿੱਚ ਅੱਜ ਕਿਹੜੀਆਂ ਸੁਰਖੀਆਂ ਛਪੀਆਂ ਨੇ, ਕਿਹਨਾਂ ਖਬਰਾਂ ਦੀ ਚਰਚਾ ਰਹੀ ਆ, ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਦੋਸਤੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਰਥਕੁਇਕ ਸੰਬੰਧੀ ਇੱਕ ਡਰਿਲ ਹੋ ਰਹੀ ਆ, ਜਾਣੀ ਕਿ ਭੂਚਾਲ ਜਦੋਂ ਆਉਂਦਾ ਆ ਉਹਦੇ ਤੋਂ ਬਾਅਦ ਕੀ ਕੀ ਕੀਤਾ ਜਾਂਦਾ ਹੈ, ਉਦੋਂ ਕਿਸ ਤਰ੍ਹਾਂ ਬਚਾਅ ਕੀਤਾ ਜਾਂਦਾ। ਇਸ ਤਰ੍ਹਾਂ ਦੀ ਇੱਕ ਨਕਲੀ ਐਕਸਰਸਾਈਜ਼, ਇੱਕ ਜਿਹੜੀ ਡਰਿਲ ਆ ਉਹ ਕੀਤੀ ਜਾਣੀ ਹੈ ਇਸ ਥਰਸਡੇ ਨੂੰ। ਉਹਦੇ ਬਾਰੇ ਅੱਜ ਕਾਫੀ ਚਰਚਾ ਚੱਲ ਰਹੀ ਆ ਕਿ ਇਹ ਲਗਭਗ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੀਤੀਆਂ ਜਾਂਦੀਆਂ ਡਰਿਲਸ ਦੇ ਵਿੱਚ ਇਸ ਵੀਕ ਜਿਹਦਾ ਕਿ ਸ਼ੇਕ ਆਊਟ, ਇਹ ਸਿਮੂਲੇਟਡ ਅਰਥਕੁਇਕ ਡਰਿਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੀਤੀ ਜਾਣੀ ਆ। ਉਹਦੇ ਬਾਰੇ ਅੱਜ ਗੱਲਬਾਤਾਂ ਚੱਲ ਰਹੀਆਂ। ਇਹਦੇ ਵਿੱਚ ਇਹਨਾਂ ਨੇ 10:21 ਤੇ ਵੀਰਵਾਰ ਨੂੰ ਇਹ ਡਰਿਲ ਕੀਤੀ ਜਾਣੀ ਆ। ਡਰਿਲ ਕੀਤੀ ਜਾਣੀ ਤੋਂ ਭਾਵ ਕੀ ਆ ਕਿ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਭੂਚਾਲ ਸੱਚਮੁੱਚ ਆ ਗਿਆ ਹੁੰਦਾ ਉਸ ਵੇਲੇ ਕਿਸ ਤਰ੍ਹਾਂ ਤੁਸੀਂ ਬਚਾਅ ਕਰਨਾ, ਕਿਸ ਤਰੀਕੇ ਦੇ ਨਾਲ ਤੁਸੀਂ ਗਤੀਵਿਧੀ ਕਰਨੀ ਆ, ਉਹ ਸਾਰਾ ਕੁਝ ਇੱਕ ਨਕਲੀ ਤਰੀਕੇ ਦੇ ਨਾਲ ਕੀਤਾ ਜਾਊਗਾ ਤਾਂ ਕਿ ਜਦੋਂ ਕਦੇ ਅਸਲੀ ਭੂਚਾਲ ਆਵੇ ਤਾਂ ਫਿਰ ਸਾਨੂੰ ਪਤਾ ਹੋਵੇ ਕਿ ਅਸੀਂ ਕੀ ਕਰਨਾ ਹੈ। ਇਹਨੂੰ ਲੈ ਕੇ ਅੱਜ ਕਾਫੀ ਚਰਚਾ ਚੱਲ ਰਹੀ ਹੈ। ਡਰੌਪ, ਹੋਲਡ ਐਂਡ ਕਵਰ, ਮਤਲਬ ਜਿਸ ਤਰੀਕੇ ਨਾਲ ਕੋਈ ਆਪਦਾ ਆਉਂਦੀ ਹੈ ਸਾਡੇ ਸਾਹਮਣੇ, ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਾਂ ਥੱਲੇ ਬੈਠ ਜਾਂਦੇ ਹਾਂ, ਫਿਰ ਆਪਣੇ ਸਿਰ ਨੂੰ ਆਪਣੇ ਹੱਥਾਂ ਨਾਲ ਢੱਕ ਲੈਂਦੇ ਹਾਂ, ਕਿਸ ਤਰੀਕੇ ਨਾਲ ਕਵਰ ਕਰਦੇ ਹਾਂ, ਉਹ ਸਾਰੀਆਂ ਗੱਲਾਂ ਬਾਤਾਂ ਇਹਦੇ ਵਿੱਚ ਹੋਣਗੀਆਂ। ਜਿਹੜੇ ਸੈਸਮੋਲੋਜਿਸਟ ਨੇ, ਜਿਹੜੇ ਮਤਲਬ ਇਸ ਭੂਚਾਲ ਵਿਗਿਆਨ ਦੇ ਮਾਹਰ ਨੇ, ਉਹ ਇਸ ਵੇਲੇ ਦੱਸ ਰਹੇ ਆ ਕਿ ਜਿਹੜਾ ਸਾਊਥ ਵੈਸਟਰਨ ਬ੍ਰਿਟਿਸ਼ ਕੋਲੰਬੀਆ ਆ, ਇਹ ਇੱਕ ਬਹੁਤ ਐਕਟਿਵ ਅਰਥਕੁਇਕ ਜ਼ੋਨ ਆ। ਭਾਵ ਇਹਦੇ ਵਿੱਚ ਬਹੁਤ ਸਾਰੇ ਅਰਥਕੁਇਕ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਆ। ਉਹ ਕਹਿੰਦੇ ਸਾਡੇ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਹੁਤ ਸਾਰੇ ਛੋਟੇ ਛੋਟੇ ਭੂਚਾਲ ਆਉਂਦੇ ਰਹਿੰਦੇ ਆ, ਜਿਹੜੇ ਕਿ ਬਹੁਤ ਛੋਟੇ ਹੁੰਦੇ ਆ ਅਤੇ ਉਹ ਕਈ ਵਾਰੀ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਕਦੋਂ ਭੂਚਾਲ ਆਇਆ, ਸਾਨੂੰ ਮਹਿਸੂਸ ਹੀ ਨਹੀਂ ਹੁੰਦੇ, ਪਰ ਫਿਰ ਵੀ ਉਹ ਭੂਚਾਲ ਆਉਂਦੇ ਰਹਿੰਦੇ ਆ। ਉਹ ਕਹਿੰਦੇ ਸਾਡੇ ਕੋਲ ਇੱਕ 10 ਸਾਲਾਂ ਬਾਅਦ ਜਾਂ 20 ਸਾਲਾਂ ਬਾਅਦ ਇੱਕ ਅੱਧਾ ਭੂਚਾਲ ਇੱਦਾਂ ਦਾ ਜ਼ਰੂਰ ਆਉਂਦਾ ਜਿਹਦੇ ਵਿੱਚ ਵੱਡੀ ਤਬਾਹੀ ਮਚਦੀ ਆ। ਇਹ ਡਰਿਲ ਉਹ ਕਿਸੇ ਵੀ ਵੱਡੇ ਭੂਚਾਲ ਦਾ ਸਾਹਮਣਾ ਕਰਨ ਲਈ ਤਿਆਰ ਕੀਤੀ ਜਾ ਰਹੀ ਜਾਂ ਐਕਸਰਸਾਈਜ਼ ਇਸ ਕੰਮ ਲਈ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਲੋਕਾਂ ਨੂੰ ਤਿਆਰੀ ਕਰਾਈ ਜਾਣੀ ਹੈ ਕਿ ਜਿਸ ਤਰ੍ਹਾਂ ਅਸਲੀ ਭੂਚਾਲ ਆਇਆ ਹੋਵੇ। ਇਸ ਵੀਰਵਾਰ 10:21 ਤੇ ਇਹ ਡਰਿਲ ਹੋਣੀ ਹੈ, ਪਰ ਇਹਦਾ ਮਤਲਬ ਇਹ ਨਹੀਂ ਸਮਝ ਲੈਣਾ ਕਿ ਸੱਚਮੁੱਚ ਭੂਚਾਲ ਆ ਗਿਆ। ਉਹਦੀ ਇੱਕ ਭੂਚਾਲ ਤੋਂ ਬਚਣ ਦਾ ਇੱਕ ਤਰੀਕਾ, ਇੱਕ ਐਕਸਰਸਾਈਜ਼, ਇੱਕ ਪ੍ਰੈਕਟਿਸ ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਕਰਾਈ ਜਾਣੀ ਹੈ। ਉਹ ਕਹਿੰਦੇ ਸਾਡੇ ਕੋਲੇ ਭਾਵੇਂ ਇਤਿਹਾਸ ਦੇਖ ਲਓ ਚਾਹੇ ਸਾਇੰਸ ਦੇਖ ਲਓ, ਦੁਨੀਆ ਦੇ ਵਿੱਚ ਵੱਡੇ ਵੱਡੇ ਜਿਹੜੇ ਆ ਅਰਥਕੁਇਕ ਆਏ ਆ ਔਰ ਉਹਨਾਂ ਨੇ ਬਹੁਤ ਸਾਰੀ ਤਬਾਹੀ ਮਚਾਈ ਹੈ। ਜਿਹੜੀਆਂ ਇਹ ਜਿਹੜੀ ਆਪਣੇ ਵੀਰਵਾਰ ਨੂੰ ਹੋਣੀ ਹੈ, ਇਹਦੇ ਵਿੱਚ ਲੋਕਲ ਮਿਊਨਿਸਪੈਲਿਟੀਜ਼, ਸਕੂਲ ਡਿਸਟ੍ਰਿਕਟਸ, ਪ੍ਰੋਵਿੰਸ ਦੇ ਵਿੱਚ ਆਲੇ ਦੁਆਲੇ ਲੋਕਾਂ ਨੂੰ ਪਾਰਟੀਸਪੇਟ ਕਰਨ ਦੇ ਲਈ ਕਿਹਾ ਜਾ ਰਿਹਾ, ਪਰ ਨਾਲ ਨਾਲ ਫਿਰ ਇਹ ਗੱਲ ਯਾਦ ਕਰਵਾਈ ਜਾ ਰਹੀ ਹੈ ਕਿ ਇਹ ਇੱਕ ਨਕਲੀ ਭੂਚਾਲ ਦੀ ਐਕਸਰਸਾਈਜ਼ ਆ, ਅਸਲੀ ਭੂਚਾਲ ਨਹੀਂ ਹੈ। ਸੋ ਇਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦਾ ਇਤਿਹਾਸ ਬਹੁਤ ਲੰਬਾ ਆ, ਮਿਲੀਅਨਸ ਆਫ ਈਅਰਸ। ਜਦੋਂ ਦੀ ਧਰਤੀ ਬਣੀ ਆ ਉਹਦੇ ਤੋਂ ਬਾਅਦ ਇਹ ਭੂਚਾਲ ਧਰਤੀ ਦੇ ਉੱਤੇ ਆਉਂਦੇ ਰਹੇ ਆ, ਇਹਦਾ ਇਤਿਹਾਸ ਸਾਡੇ ਕੋਲ ਮਿਲਦਾ ਆ। ਅਰਥ ਦੀਆਂ ਜਿਹੜੀਆਂ, ਜਦੋਂ ਪੂਰੇ ਅਰਥ ਦਾ ਸਟਰਕਚਰ ਦੇਖਦੇ ਆ, ਇੱਕ ਕੋਰ ਆ, ਫਿਰ ਮੈਂਟਲ ਆ, ਫਿਰ ਕਰਸਟ ਆ, ਜਿਹੜੀ ਬਾਹਰੀ ਪਰਤ ਆ, ਉਹਦੇ ਵਿੱਚ ਕਿਤੇ ਨਾ ਕਿਸੇ ਤਰ੍ਹਾਂ ਕਹਿੰਦੇ ਕੁਛ ਨਾ ਕੁਛ ਸਡਨ ਸਲਿਪਸ ਹੁੰਦੀਆਂ ਰਹਿੰਦੀਆਂ ਉਹਦੀਆਂ ਪਲੇਟਸ ਦੇ ਵਿੱਚ, ਅਤੇ ਜਿਹਦੇ ਕਰਕੇ ਭੂਚਾਲ ਆਉਂਦਾ ਆ। ਅਤੇ ਇਹ ਦੱਸਦੇ ਆ, ਕਹਿੰਦੇ ਜਿਹੜੀਆਂ ਬਹੁਤ ਸਾਰੇ ਐਜਿਸ ਹੁੰਦੇ ਆ, ਇਹਦੇ ਸਿਰੇ ਹੁੰਦੇ ਆ ਟੈਕਟੋਨਿਕ ਪਲੇਟਸ ਦੇ, ਉਹ ਸਰਕਦੀਆਂ ਰਹਿੰਦੀਆਂ ਇੱਕ ਦੂਜੇ ਨੂੰ, ਅਤੇ ਕਈ ਵਾਰੀ ਉਹ ਕਿਤੇ ਨਾ ਕਿਤੇ ਫਸ ਜਾਂਦੀਆਂ। ਜਦੋਂ ਫਸ ਜਾਂਦੀਆਂ ਪਿੱਛੋਂ ਉਹਨਾਂ ਪਲੇਟਸ ਦੇ ਉੱਤੇ ਪ੍ਰੈਸ਼ਰ ਬਿਲਡ ਹੁੰਦਾ ਰਹਿੰਦਾ, ਅਤੇ ਜਦੋਂ ਇੱਕਦਮ ਫਿਰ ਪ੍ਰੈਸ਼ਰ ਰਿਲੀਜ਼ ਹੁੰਦਾ, ਉਹ ਫਸੀਆਂ ਉੱਥੋਂ ਨਿਕਲਦੀਆਂ ਆ, ਮੂਵ ਕਰਦੀਆਂ, ਤਾਂ ਉਸ ਵੇਲੇ ਕਿਹਾ ਜਾਂਦਾ ਕਿ ਉਹ ਭੂਚਾਲ ਆ ਜਾਂਦਾ, ਜਿਹਨੂੰ ਅਸੀਂ ਮਹਿਸੂਸ ਕਰਦੇ ਹਾਂ। ਕੁਛ ਭੂਚਾਲ ਵੱਡੇ ਹੁੰਦੇ ਆ, ਕੁਛ ਭੂਚਾਲ ਛੋਟੇ ਹੁੰਦੇ ਆ। ਫਿਰ ਉਹਦੇ ਵਿੱਚ ਅੱਗੇ ਸਾਇੰਟਿਸਟ ਕਰਦੇ ਕੀ ਆ ਕਿ ਫਾਲਟ ਲਾਈਨ ਨੂੰ ਲੱਭ ਲੈਂਦੇ ਆ ਕਿ ਇੱਥੇ ਇੱਕ ਫਾਲਟ ਲਾਈਨ ਆ, ਭਾਵ ਇੱਥੇ ਕਿਹਨਾਂ ਦੇ ਐਜਿਸ ਹੈਗੇ ਆ ਪਲੇਟਾਂ ਦੇ। ਜਿਹੜਾ ਦੂਜਾ ਮਤਲਬ ਇਹ ਆ ਕਿ ਭੂਚਾਲ ਨੂੰ ਰੋਕਿਆ ਨਹੀਂ ਜਾ ਸਕਦਾ। ਅਜੇ ਤੱਕ ਕੋਈ ਵੀ ਵਿਗਿਆਨ ਇੱਦਾਂ ਦਾ ਨਹੀਂ ਬਣਿਆ ਜਿਹੜਾ ਭੂਚਾਲ ਆਵੇ ਅਤੇ ਉਹਨੂੰ ਪਹਿਲਾਂ ਰੋਕ ਲਵੇ। ਅਜੇ ਤੱਕ ਇੰਨਾ ਵੀ ਨਹੀਂ ਪਤਾ ਲੱਗਿਆ ਕਿ ਭੂਚਾਲ ਆਉਣ ਤੋਂ ਬਹੁਤ ਸਮਾਂ ਪਹਿਲਾਂ ਸਾਨੂੰ ਪਤਾ ਲੱਗ ਜਾਵੇ ਕਿ ਇਸ ਥਾਂ ਦੇ ਉੱਤੇ ਭੂਚਾਲ ਆਉਣਾ ਹੈ। ਕੁਛ ਛੋਟੇ ਭੂਚਾਲ ਪਹਿਲਾਂ ਆਉਂਦੇ, ਉਹਦੇ ਤੋਂ ਬਾਅਦ ਵੱਡਾ ਭੂਚਾਲ ਆਉਂਦਾ, ਫਿਰ ਉਹ ਤੋਂ ਬਾਅਦ ਫਿਰ ਛੋਟਾ ਭੂਚਾਲ ਆਉਂਦਾ, ਜਿਹੜਾ ਕਿ ਉਹ ਭੂਚਾਲ ਆਉਣ ਤੋਂ ਬਾਅਦ ਦੇ ਵਿੱਚ ਆਉਂਦਾ। ਪਰ ਇਹ ਸਾਨੂੰ ਪਤਾ ਨਹੀਂ ਲੱਗ ਸਕਦਾ ਕਿ ਜਿਹੜਾ ਛੋਟਾ ਭੂਚਾਲ ਆਇਆ ਇਹ ਤੋਂ ਬਾਅਦ ਵੱਡਾ ਭੂਚਾਲ ਆਊਗਾ ਜਾਂ ਜ਼ਰੂਰੀ ਨਹੀਂ ਆਊਗਾ। ਚਿਲੀ ਦੇ ਵਿੱਚ 1960 ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਭੂਚਾਲ ਦੱਸਦੇ ਆਇਆ ਸੀ। 9.6 ਰਿਕਟਰ ਸਕੇਲ ਦੇ ਉੱਤੇ ਉਹਨੂੰ ਮਾਪਿਆ ਗਿਆ ਸੀ। US ਦੇ ਵਿੱਚ 9.2 ਮੈਗਨੀਟਿਊਡ ਵਾਲਾ, ਅਲਾਸਕਾ ਦੇ ਵਿੱਚ 1964 ਦੇ ਵਿੱਚ ਭੂਚਾਲ ਆਇਆ ਸੀ। ਸੋ
ਜਦੋਂ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਇਹ ਚਲਿਆ ਜਾਂਦਾ ਆ, ਵੱਡੀਆਂ ਵੱਡੀਆਂ ਲਹਿਰਾਂ ਪੈਦਾ ਕਰ ਦਿੰਦਾ, ਉਹਨੂੰ ਅਸੀਂ ਸੁਨਾਮੀ ਕਹਿ ਦਿੰਦੇ ਹਾਂ। ਜਿਹੜੀਆਂ ਟੈਕਟੋਨਿਕ ਪਲੇਟਸ ਆ, ਜਦੋਂ ਉਹ ਬਹੁਤ ਸਾਰੀਆਂ ਵੱਡੇ ਏਰੀਆਜ਼ ਦੇ ਵਿੱਚ ਮੂਵ ਕਰਦੀਆਂ ਤਾਂ ਵੱਡਾ ਭੂਚਾਲ ਉੱਥੇ ਵੱਡੇ ਪੱਧਰ ਦੇ ਉੱਤੇ ਭੂਚਾਲ ਹੁੰਦਾ, ਜਿਹਦੇ ਨਾਲ ਬਹੁਤ ਸਾਰਾ ਨੁਕਸਾਨ ਹੁੰਦਾ ਆ। ਸੋ ਇਸ ਵੇਲੇ ਜਿਸ ਚੀਜ਼ ਦੇ ਨਾਲ ਇਹਨੂੰ ਮਾਪਿਆ ਜਾਂਦਾ ਆ, ਸੈਸਮੋਗ੍ਰਾਫ, ਉਹਦੇ ਉੱਤੇ ਦੇਖਿਆ ਜਾਂਦਾ ਕਿ ਇਹਦਾ ਮੈਗਨੀਟਿਊਡ ਕਿੰਨਾ ਆ ਵੇਵ ਦਾ। ਉਹ ਮੈਗਨੀਟਿਊਡ ਜਦੋਂ ਜ਼ਿਆਦਾ ਹੁੰਦਾ ਤਾਂ ਫਿਰ ਅਸੀਂ ਕਹਿ ਦਿੰਦੇ, ਜਿਹਨੂੰ ਰਿਕਟਰ ਸਕੇਲ ਕਹਿੰਦੇ ਆ, ਫਿਰ ਅਸੀਂ ਕਹਿ ਦਿੰਦੇ ਕਿ ਭੂਚਾਲ ਵੱਡਾ ਆ। ਅਦਰਵਾਈਜ਼ ਅਸੀਂ ਕਹਿ ਦਿੰਦੇ ਹਾਂ ਕਿ ਇਹ ਭੂਚਾਲ ਜਿਹੜਾ ਆ ਛੋਟਾ ਆ। ਬਹੁਤ ਸਾਰੀਆਂ ਉਦਾਹਰਨਾਂ ਇਸ ਮਾਮਲੇ ਦੇ ਵਿੱਚ ਦਿੰਦੀਆਂ ਜਾਂਦੀਆਂ ਕਿ ਜੇਕਰ ਰਿਕਟਰ ਸਕੇਲ ਜਦੋਂ ਇਹ ਕਿਹਾ ਜਾ ਰਿਹਾ ਅੱਜ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਹੁਤ ਸਾਰੇ ਭੂਚਾਲ ਆਉਂਦੇ ਰਹਿੰਦੇ ਆ, ਜਿਹਦਾ ਸਾਨੂੰ ਪਤਾ ਨਹੀਂ ਲੱਗਦਾ ਕਿ ਜਦੋਂ ਰਿਕਟਰ ਸਕੇਲ ਦੇ ਉੱਤੇ 4.0 ਇਹ ਭੂਚਾਲ ਦੀ ਤੀਬਰਤਾ ਹੋਵੇ ਤਾਂ ਇਹਦੀ ਉਦਾਹਰਨ ਸਮਝਣੀ ਹੋਵੇ ਤਾਂ ਕਹਿੰਦੇ ਇੱਦਾਂ ਹੈ ਜਿੱਦਾਂ ਤੁਹਾਡੇ ਘਰ ਦੇ ਨੇੜੇ ਦੀ ਟਰੱਕ ਲੰਘੇ ਕੋਈ, ਅਤੇ ਟਰੱਕ ਲੰਘਣ ਤੋਂ ਬਾਅਦ ਜਿੰਨੀ ਕੁ ਹਿਲਜੁਲ ਤੁਹਾਡੇ ਘਰ ਦੇ ਵਿੱਚ ਹੁੰਦੀ ਆ ਉਹ 4.1 ਰਿਕਟਰ ਸਕੇਲ ਦੇ ਉੱਤੇ ਉਹਨੂੰ ਮਾਪਿਆ ਜਾ ਸਕਦਾ। ਕਈ ਵਾਰੀ ਸਾਨੂੰ ਪਤਾ ਵੀ ਨਹੀਂ ਲੱਗਦਾ ਟਰੱਕ ਲੰਘਣ ਦੇ ਨਾਲ ਕੀ ਕੁਛ ਹਿਲਦਾ ਆ। ਇਸੇ ਤਰ੍ਹਾਂ ਫਿਰ ਉਹ ਤੋਂ ਬਾਅਦ ਜਦੋਂ 6.0 ਹੋ ਜਾਂਦਾ ਆ, ਉਸ ਵੇਲੇ ਤੁਹਾਡੇ ਘਰ ਦੇ ਵਿੱਚ ਕਰੈਕਸ ਹੋਣੇ ਸ਼ੁਰੂ ਹੋ ਜਾਂਦੇ ਆ, ਵਿੰਡੋ ਬ੍ਰੇਕ ਹੋ ਜਾਂਦੀਆਂ। ਇਸੇ ਤਰ੍ਹਾਂ 7 ਦੇ ਉੱਤੇ ਜਾ ਕੇ ਜਿਹੜੀਆਂ ਮਾੜੀਆਂ ਬਿਲਡਿੰਗਸ ਹੁੰਦੀਆਂ, ਵੀਕਰ ਬਿਲਡਿੰਗਸ ਹੁੰਦੀਆਂ, ਉਹ ਢਹਿ ਢੇਰੀ ਹੋਣੀਆਂ ਸ਼ੁਰੂ ਹੋ ਜਾਂਦੀਆਂ। 8 ਦੇ ਉੱਤੇ ਬਹੁਤ ਸਾਰੇ ਬ੍ਰਿਜ ਡਿੱਗਣੇ ਸ਼ੁਰੂ ਹੋ ਜਾਂਦੇ, ਅਤੇ 9 ਜਦੋਂ ਹੋਵੇ 9.0 ਜਾਂ ਇਹਦੇ ਤੋਂ ਜ਼ਿਆਦਾ ਰਿਕਟਰ ਸਕੇਲ ਦੇ ਉੱਤੇ ਭੂਚਾਲ ਹੋਵੇ ਤਾਂ ਫਿਰ ਸਾਰਾ ਕੁਝ ਤਬਾਹ ਹੋ ਜਾਂਦਾ, ਸਾਰੇ ਦੇ ਸਾਰੇ ਸ਼ਹਿਰ ਤਬਾਹ ਹੋ ਜਾਂਦੇ ਆ। ਸੋ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਭੂਚਾਲ ਬਾਰੇ ਬਹੁਤ ਸਾਰੀਆਂ ਰਿਸਰਚਸ ਕੀਤੀਆਂ ਜਾਂਦੀਆਂ ਕਿ ਕੁਝ ਤਬਦੀਲੀਆਂ ਧਰਤੀ ਦੇ ਹੇਠਾਂ ਪਾਣੀ ਦੇ ਵਿੱਚ, ਕੁਝ ਕੈਮੀਕਲਸ, ਕੁਝ ਇੱਦਾਂ ਦੀਆਂ ਤਬਦੀਲੀਆਂ ਆਉਂਦੀਆਂ ਭੂਚਾਲ ਆਉਣ ਤੋਂ ਪਹਿਲਾਂ। ਪਰ ਇੰਨਾ ਕੀਤਾ ਜਾ ਸਕਦਾ ਕਿ ਕਿਹੜੇ ਕਿਹੜੇ ਇਲਾਕੇ ਦੁਨੀਆ ਦੇ ਵਿੱਚ ਇਹੋ ਜਿਹੇ ਆ ਜਿੱਥੇ ਭੂਚਾਲ ਆਉਣ ਦੀਆਂ ਸੰਭਾਵਨਾਵਾਂ ਜ਼ਿਆਦਾ ਆ, ਅਤੇ ਕਿਹੜੇ ਕਿਹੜੇ ਇਲਾਕੇ ਦੁਨੀਆ ਵਿੱਚ ਇਹੋ ਜਿਹੇ ਆ ਜਿੱਥੇ ਭੂਚਾਲ ਆਉਣ ਦੀਆਂ ਸੰਭਾਵਨਾਵਾਂ ਘੱਟ ਨੇ। ਅਤੇ ਜਿੱਥੇ ਭੂਚਾਲ ਆਉਣ ਦੀਆਂ ਸੰਭਾਵਨਾਵਾਂ ਜ਼ਿਆਦਾ ਨੇ ਉੱਥੇ ਫਿਰ ਭੂਚਾਲ ਆਉਣ ਵੇਲੇ ਦੀ ਤਿਆਰੀ ਕਰ ਲਈ ਜਾਂਦੀ ਕਿ ਮੰਨ ਲਓ ਭੂਚਾਲ ਆ ਜਾਵੇ, ਉਸ ਵੇਲੇ ਤੁਸੀਂ ਕੀ ਕਰਨਾ ਆ, ਉਹਦੀ ਤਿਆਰੀ ਲੋਕਾਂ ਨੂੰ ਪਹਿਲਾਂ ਕਰਵਾ ਦਿੱਤੀ ਜਾਂਦੀ ਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਉਂਦੇ ਵੀਰਵਾਰ 10:21 'ਤੇ ਡਰਿਲ ਕੀਤੀ ਜਾਣੀ ਆ, ਜਾਣੀ ਕਿ ਜੇ ਕਿਤੇ ਰੱਬ ਨਾ ਕਰੇ ਵੱਡਾ ਭੂਚਾਲ ਇਸ ਇਲਾਕੇ ਦੇ ਵਿੱਚ ਆ ਜਾਵੇ, ਉਸ ਤਰ੍ਹਾਂ ਲੋਕਾਂ ਨੂੰ ਪਤਾ ਹੋਵੇ ਕਿ ਬਚਾਅ ਕਿਸ ਤਰ੍ਹਾਂ ਕਰਨਾ। ਉਹਦੇ ਬਾਰੇ ਅੱਜ ਅਖਬਾਰਾਂ ਦੇ ਵਿੱਚ ਕਾਫੀ ਚਰਚਾ ਚੱਲ ਰਹੀ ਹੈ। ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਹੜੇ ਵਾਤਾਵਰਨ ਨੂੰ ਲੈ ਕੇ ਬਹੁਤ ਚਿੰਤਤ ਨੇ। ਇਹਨਾਂ ਲੋਕਾਂ ਦੀ ਗਿਣਤੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧਣ ਦੀ ਆਸ ਆ, ਅਤੇ ਦਿਨੋਂ ਦਿਨ ਇਹਨਾਂ ਦੀ ਗਿਣਤੀ ਵੱਧ ਰਹੀ ਆ। ਇਹ ਲੋਕ ਇਹ ਕਹਿ ਰਹੇ ਆ ਕਿ ਮਨੁੱਖ ਕੁਦਰਤੀ ਸੋਮਿਆਂ ਦੀ ਤਬਾਹੀ ਬਹੁਤ ਜ਼ਿਆਦਾ ਕਰ ਰਿਹਾ, ਇਹ ਉਹਨਾਂ ਨੂੰ ਬਚਾ ਨਹੀਂ ਰਿਹਾ, ਨੇਚਰ ਦੇ ਨਾਲ ਉਹਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ, ਇਹਦੇ ਕੁਦਰਤੀ ਸੰਤੁਲਨ ਨੂੰ ਵਿਗਾੜਿਆ ਜਾ ਰਿਹਾ। ਇਸ ਕਰਕੇ ਇਸ ਵੇਲੇ ਦੁਨੀਆ ਦੇ ਵਿੱਚ ਇਹਨੂੰ ਵੀ ਇੱਕ ਐਮਰਜੈਂਸੀ ਡਿਕਲੇਅਰ ਕਰ ਦਿੱਤਾ ਜਾਵੇ ਕਿ ਦੁਨੀਆ ਦੇ ਵਿੱਚ ਇਸ ਵੇਲੇ ਐਮਰਜੈਂਸੀ ਦੀ ਹਾਲਤ ਬਣੀ ਹੈ, ਜਿੰਨਾ ਵਾਤਾਵਰਨ ਵਿਗੜ ਚੁੱਕਿਆ। ਲੰਘਿਆ ਸ਼ਨੀਵਾਰ ਸੈਟਰਡੇ ਨੂੰ ਇੱਕ ਜਿਹੜੇ ਐਕਸਟਿੰਕਸ਼ਨ ਰਿਬੇਲੀਅਨਸ ਨੇ, ਉਹਨਾਂ ਨੇ ਵੈਨਕੂਵਰ ਦੇ ਵਿੱਚ 14 ਦਿਨ ਦਾ ਪ੍ਰੋਟੈਸਟ ਸ਼ੁਰੂ ਕੀਤਾ। ਐਕਸਟਿੰਕਸ਼ਨ ਰਿਬੇਲੀਅਨ ਇੱਕ ਗਰੁੱਪ ਆ ਜਿਹੜਾ ਵਾਤਾਵਰਨ ਦੇ ਲਈ ਲੜਾਈ ਕਰਦਾ, ਕੁਛ ਪੀਸਫੁਲ ਪ੍ਰੋਟੈਸਟ ਕਰਦਾ ਆ। ਇਹਨਾਂ ਨੇ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਉਣ ਦੇ ਲਈ ਇੱਕ ਜਿਹੜੀ ਕਲਾਈਮੇਟ ਚੇਂਜ ਦੇ ਲਈ ਇੱਕ ਪ੍ਰੈਸ਼ਰ ਬਣਾਉਣ ਦੇ ਲਈ ਇਸ ਤਰ੍ਹਾਂ ਦੇ ਧਰਨੇ ਮੁਜ਼ਾਹਰਿਆਂ ਦਾ ਪ੍ਰਬੰਧ ਕੀਤਾ ਆ। ਇਹ ਕੈਂਪੇਨ ਦੁਨੀਆ ਦੇ ਲੀਡਰਸ ਜਿਹੜੇ ਅਗਲੇ ਮਹੀਨੇ ਕਲਾਈਮੇਟ ਕ੍ਰਾਈਸਿਸ ਡਿਸਕਸ਼ਨ ਦੇ ਲਈ ਮਿਲ ਰਹੇ ਆ, ਉਹਦੇ ਸੰਬੰਧ ਦੇ ਵਿੱਚ ਉਹਨਾਂ ਲੀਡਰਾਂ ਦੇ ਉੱਤੇ ਪ੍ਰੈਸ਼ਰ ਬਣਾਉਣ ਦੇ ਲਈ ਕੀਤੀ ਜਾ ਰਹੀ ਆ। ਇਸ ਮਾਮਲੇ ਦੇ ਵਿੱਚ ਹੋਇਆ ਕੀ ਆ ਕਿ ਵੈਨਕੂਵਰ ਪੁਲਿਸ ਨੇ 4 ਜਣਿਆਂ ਨੂੰ ਸੈਟਰਡੇ ਨੂੰ ਗ੍ਰਿਫਤਾਰ ਕਰ ਲਿਆ, ਕਿਉਂਕਿ ਡਾਊਨਟਾਊਨ ਦੇ ਵਿੱਚ ਮੇਜਰ ਜਿਹੜੀ ਇੰਟਰਸੈਕਸ਼ਨ ਹੈਗੀ ਆ ਇਸ ਕਲਾਈਮੇਟ ਪ੍ਰੋਟੈਸਟ ਦੇ ਵਿੱਚ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਆ। 50 ਜਣਿਆਂ ਦਾ ਇੱਕ ਗਰੁੱਪ ਸੀ ਜਿਹੜਾ ਮਾਰਚ ਕਰ ਰਿਹਾ ਇੰਟਰਸੈਕਸ਼ਨ ਜਾਰਜੀਆ ਅਤੇ ਬਰਾਡ ਸਟਰੀਟਸ ਦੀ ਇੰਟਰਸੈਕਸ਼ਨ ਦੇ ਉੱਤੇ, ਅਤੇ ਜਿਹੜੇ 13 ਜਣੇ ਸੀਗੇ ਉਹਨਾਂ ਨੇ ਡਾਈ ਇਨ ਗਰਾਊਂਡ ਦੇ ਉੱਤੇ ਲੰਮੇ ਪੈ ਕੇ, ਧਰਤੀ ਉੱਤੇ ਲੰਮੇ ਪੈ ਕੇ, ਜਿਹੜਾ ਡਾਈ ਇਨ ਉਹਨਾਂ ਦਾ ਇੱਕ ਹੈਗਾ ਉਹਨੂੰ ਕੌਨਸੈਪਟ, ਉਹਨੂੰ ਸਟੇਜ ਕੀਤਾ ਜਾਂ ਸਟੇਜ ਕਰਨ ਦੀ ਕੋਸ਼ਿਸ਼ ਕੀਤੀ। ਇਹ ਪ੍ਰੋਟੈਸਟ ਹੈ ਕਿ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਐਕਸਟਿੰਕਸ਼ਨ ਰਿਬੇਲੀਅਨ, ਐਕਸਟੈਂਸ਼ਨ ਰਿਬੇਲੀਅਨ ਦੁਆਰਾ ਹੋਸਟ ਕੀਤਾ ਜਾ ਰਿਹਾ ਹੈ 14 ਦਿਨ ਦਾ ਪ੍ਰੋਟੈਸਟ। ਉਹ ਕਹਿੰਦੇ ਸੀ ਆਉਣ ਵਾਲੇ ਦਿਨ, ਹੁਣ ਉਹ ਚੱਲ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਹੋਰ ਤੇਜ਼ ਕਰਾਂਗੇ। ਇਹ ਜਿਹੜੇ ਐਕਸਟਿੰਕਸ਼ਨ ਰਿਬੇਲੀਅਨ ਕੌਣ ਨੇ? ਇੱਕ ਗਲੋਬਲ ਇਨਵਾਇਰਮੈਂਟਲ ਮੂਵਮੈਂਟ ਆ ਜਿਹੜੀ ਨੌਨ ਵਾਇਲੈਂਸ ਸਿਵਲ ਡਿਸਓਬੀਡੀਐਂਸ ਦੇ ਉੱਤੇ ਆਧਾਰਿਤ ਆ। ਮਤਲਬ ਡਿਸਓਬੇ ਕਰਨਾ ਉਹਨਾਂ ਨੇ, ਪਰ ਬਹੁਤ ਪੀਸਫੁਲੀ। ਇਹਦਾ ਜਿਹੜਾ ਹੁਣ ਹੋਇਆ ਕੀ ਆ ਉੱਥੇ ਕਿ ਪੂਰੇ ਡਾਊਨਟਾਊਨ ਦੇ ਵਿੱਚ ਜਿਹੜੇ ਟ੍ਰੈਫਿਕ ਸੀ ਉਹ ਡਿਸਟਰਬਡ ਹੋਇਆ, ਉਹਦੇ ਉੱਤੇ ਬਹੁਤ ਵੱਡਾ ਅਸਰ ਪਿਆ ਆ। ਉਹ ਕਹਿੰਦੇ ਅਸੀਂ ਪ੍ਰੋਟੈਸਟਰਸ ਨੂੰ ਕਿਹਾ ਕਿ ਤੁਸੀਂ ਇੱਥੋਂ ਮੂਵ ਕਰ ਜਾਓ, ਰੋਡ ਨੂੰ ਸਾਫ਼ ਕਰ ਦਿਓ। ਉਹਨਾਂ ਨੂੰ ਆਪਣੇ ਜਿੰਨਾ ਉਹਨਾਂ ਨੇ ਵਿਊਜ਼ ਸੀਗੇ ਉਹਨਾਂ ਨੂੰ ਐਕਸਪ੍ਰੈਸ ਕਰਨਾ ਸੀ, ਆਪਣੀਆਂ ਭਾਵਨਾਵਾਂ ਦੱਸਣੀਆਂ ਸੀ, ਉਹ ਦੱਸ ਦਿੱਤੀਆਂ। ਉਹਦੇ ਤੋਂ ਬਾਅਦ ਉਹ ਕਹਿੰਦੇ ਉਹ ਨਹੀਂ ਮੰਨੇ, ਅਸੀਂ ਉਹਨਾਂ ਨੂੰ ਫੜ ਕੇ ਜੇਲ੍ਹ 'ਚ ਲੈ ਗਏ। ਜੇਲ੍ਹ 'ਚ ਲਿਜਾਣ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ।
ਜਿਹੜੀ ਅੱਗੇ ਭਵਿੱਖ ਦੇ ਵਿੱਚ ਅਦਾਲਤ ਦੇ ਵਿੱਚ ਕਿੰਨੀ ਤਰੀਕ ਕਿਹੜੀ ਤਰੀਕ ਉਹਨਾਂ ਨੂੰ ਮਿਲਦੀ ਹੈ, ਉਹਦੇ ਹਿਸਾਬ ਦੇ ਨਾਲ ਉਹਨਾਂ ਦੀ ਦੁਬਾਰਾ ਪੇਸ਼ੀ ਕੀਤੀ ਜਾਊਗੀ। ਜਿਹੜੇ ਐਕਸਟੈਂਸ਼ਨ ਰਿਬੇਲੀਅਨਸ ਆ ਉਹ ਇੱਕ ਆਰਗੇਨਾਈਜੇਸ਼ਨ ਦੀ ਜਿਹੜੀ ਇਸ ਵੇਲੇ ਕਮਿਊਨੀਕੇਟ ਕਰਨਾ ਚਾਹੁੰਦੀ ਆ 2021 ਦੇ ਵਿੱਚ ਜਿਹੜਾ ਯੂਨਾਈਟਿਡ ਨੇਸ਼ਨ ਕਲਾਈਮੇਟ ਚੇਂਜ ਕਾਨਫਰੰਸ ਆ, ਜਿਹਨੂੰ COP26 ਵੀ ਕਿਹਾ ਜਾਂਦਾ ਆ, ਇਹ 26ਵੀਂ ਯੂਨਾਈਟਿਡ ਨੇਸ਼ਨ ਕਲਾਈਮੇਟ ਚੇਂਜ ਕਾਨਫਰੰਸ ਆ। ਇਹ ਗਲਾਸਗੋ ਦੇ ਵਿੱਚ ਸਕਾਟਲੈਂਡ ਦੇ ਵਿੱਚ 31 ਅਕਤੂਬਰ ਤੋਂ ਲੈ ਕੇ 12 ਨਵੰਬਰ 2021 ਤੱਕ ਹੋਣੀ ਆ, ਯੂਨਾਈਟਿਡ ਕਿੰਗਡਮ ਦੀ ਜਿਹੜੀ ਪ੍ਰੈਜ਼ੀਡੈਂਸੀ ਦੇ ਥੱਲੇ। ਇਹਦੇ ਵਿੱਚ ਹੁਣ ਖਾਸ ਤੌਰ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਪੂਰੀ ਦੁਨੀਆ ਦੇ ਵਿੱਚ। ਜਿਹੜੇ ਐਕਸਟੈਂਸ਼ਨ ਰਿਬੇਲੀਅਨ ਨੇ ਇਹਨਾਂ ਦਾ ਸੰਬੰਧ ਖਾਸ ਤੌਰ ਤੇ UK ਦੇ ਨਾਲ ਆ। ਇਹ ਕਹਿੰਦੇ ਆ ਕਿ ਸਾਰੀਆਂ ਸਰਕਾਰਾਂ ਫੇਲ ਹੋਈਆਂ ਫੰਕਸ਼ਨਲ ਰਿਸਪੌਂਸ ਦੇ ਲਈ ਇਸ ਕਲਾਈਮੇਟ ਕ੍ਰਾਈਸਿਸ ਦੇ ਲਈ। ਇਸ ਕਰਕੇ ਜਿਹੜਾ ਇਹ ਸਾਰੇ ਕੁਛ ਨੂੰ ਇਸ ਵੇਲੇ ਜਿਹੜੀ ਐਮਰਜੈਂਸੀ ਡਿਕਲੇਅਰ ਕਰ ਦੇਣਾ ਚਾਹੀਦਾ ਤੇ ਇਹਦੇ ਉੱਤੇ ਵੱਡਾ ਐਕਸ਼ਨ ਹੋਣਾ ਚਾਹੀਦਾ। ਐਕਸਟੈਂਸ਼ਨ ਰਿਬੇਲੀਅਨ ਦਾ ਮਤਲਬ ਕੀ ਆ ਕਿ ਜਿਹੜੀ ਜੀਵਨ ਆ ਧਰਤੀ ਦੇ ਉੱਤੇ ਇਹ ਇਸ ਵੇਲੇ ਖਤਰੇ 'ਚ ਆ। ਇਹ ਜੀਵਨ ਧਰਤੀ ਦੇ ਉੱਤੇ ਖਤਰੇ 'ਚ ਆ ਤੇ ਇਹ ਮਾਸ ਐਕਸਟਿੰਕਸ਼ਨ ਹੋ ਰਹੀ, ਭਾਵ ਅਲੋਪ ਹੋ ਰਿਹਾ, ਜੀਵਨ ਖਤਮ ਹੋ ਰਿਹਾ ਤੇ ਇਹਨੂੰ ਬਚਾਉਣਾ ਚਾਹੀਦਾ। ਉਹ ਕਹਿੰਦੇ ਇਹਨੂੰ ਡਿਕਲੇਅਰ ਕਰ ਦਿਓ ਕਿ ਕਲਾਈਮੇਟ ਐਂਡ ਇਕੋਲੋਜੀਕਲ ਐਮਰਜੈਂਸੀ, ਤੇ ਇਹਦੇ ਉੱਤੇ ਇਮੀਡੀਏਟ ਐਕਸ਼ਨ ਲਾਓ। ਇਹ ਨਹੀਂ ਕਿ ਤੁਹਾਡੇ ਪਲਾਨ ਦੇ ਵਿੱਚ ਪੈ ਗਿਆ ਤੇ ਹੌਲੀ ਹੌਲੀ ਇਹਨੂੰ ਠੀਕ ਠਾਕ ਕਰੀ ਜਾਓ। ਵੈਨਕੂਵਰ ਦੇ ਵਿੱਚ ਜੇ ਤੁਸੀਂ ਜਾਓਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਾਂ ਜਿਹੜੇ 2 ਹਫ਼ਤੇ ਆਉਣ ਵਾਲੇ, ਇਹਨਾਂ ਦੇ ਵਿੱਚ ਤੁਸੀਂ ਵੱਡੇ ਵੱਡੇ ਪ੍ਰੋਟੈਸਟ ਦੇਖੋਗੇ ਇਹਨਾਂ ਲੋਕਾਂ ਦੇ। ਤੇ ਇਹ ਜਿਹੜਾ ਗਰੁੱਪ ਆ ਇਸ ਵੇਲੇ ਇਹਨਾਂ ਦਾ ਇੱਕ ਆਵਰ ਗਲਾਸ ਜਿਹੜਾ ਹੁੰਦਾ ਆ, ਜਿਹਦੇ ਵਿੱਚ ਟਾਈਮ ਜਿਹਾ ਮੰਨਿਆ ਜਾਂਦਾ, ਉਹ ਸਰਕਲ ਦੇ ਵਿੱਚ ਇਹਨਾਂ ਦਾ ਲੋਗੋ ਆ, ਉੱਦਾਂ ਦੇ ਝੰਡੇ ਇਹਨਾਂ ਦੇ ਹੱਥ ਦੇ ਵਿੱਚ ਫੜੇ ਹੁੰਦੇ ਆ। ਇਹਨਾਂ ਦੀਆਂ UK ਦੇ ਵਿੱਚ 3 ਡਿਮਾਂਡਸ ਨੇ ਮੁੱਖ ਜਿਹੜੀਆਂ, ਜਿਹਦੇ ਉੱਤੇ ਇਹ ਲੈ ਕੇ ਲੜ ਰਹੇ ਆ। ਇੱਕ ਤਾਂ ਇਹ ਕਹਿ ਰਹੇ ਆ ਕਿ ਇਸ ਵੇਲੇ ਕਲਾਈਮੇਟ ਐਮਰਜੈਂਸੀ ਡਿਕਲੇਅਰ ਕਰਨੀ ਚਾਹੀਦੀ ਹੈ। ਦੂਜਾ ਉਹ ਕਹਿੰਦੇ ਕਮਿਟ ਕਰਨਾ ਚਾਹੀਦਾ ਕਿ 2025 ਤੱਕ ਜਿਹੜੀ ਕਾਰਬਨ ਐਮਿਸ਼ਨ ਆ ਇਹਨੂੰ ਜ਼ੀਰੋ ਕਰ ਦਿਆਂਗੇ। ਕਾਰਬਨ ਐਮਿਸ਼ਨ ਬਹੁਤ ਵੱਡਾ ਇਸ ਵੇਲੇ, ਭਾਵੇਂ ਉਹ ਕੈਨੇਡਾ ਦੀ ਇਲੈਕਸ਼ਨ ਸੀ ਉਹਦੇ ਵਿੱਚ ਵੀ ਮੁੱਦਾ ਬਣਿਆ ਸੀ, ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਮੁੱਦਾ ਬਣਨਾ ਆ ਕਿ ਕਾਰਬਨ ਐਮਿਸ਼ਨ ਜਿਹੜੀ ਆ ਉਹ ਬੰਦ ਹੋਣੀ ਚਾਹੀਦੀ ਹੈ। ਤੇ ਤੀਜਾ ਉਹ ਕਹਿੰਦੇ ਜਿਹੜਾ ਇਸ ਵੇਲੇ ਹੈਗਾ ਆ, ਜਿਹੜੀ ਚੇਂਜਸ ਨੂੰ ਓਵਰਸੀਜ਼ ਨਹੀਂ ਕੀਤਾ ਜਾ ਰਿਹਾ, ਜਿਹੜੀ ਇੱਕ ਸਿਟੀਜ਼ਨ ਅਸੈਂਬਲੀ ਬਣਾਉਣੀ ਚਾਹੀਦੀ ਹੈ ਤਾਂ ਕਿ ਇਹਨਾਂ ਚੇਂਜਸ ਨੂੰ ਓਵਰਸੀ ਕੀਤਾ ਜਾ ਸਕੇ। ਉਹ ਕਹਿੰਦੇ ਅਸੀਂ ਇਸ ਵੇਲੇ ਉਹੀ ਗੱਲ ਕਹਿ ਰਹੇ ਹਾਂ ਜਿਹੜੀ ਕਰਨੀ ਚਾਹੀਦੀ ਹੈ। ਇਹਦੇ ਲਈ ਪੋਲੀਟੀਕਲ ਜਿਹੜਾ ਸਿਸਟਮ ਆ ਉਹਨੂੰ ਅੱਗੇ ਆਉਣਾ ਚਾਹੀਦਾ ਆ ਤੇ ਉਹਨੂੰ ਕੁਛ ਨਾ ਕੁਛ ਕਰਨਾ ਚਾਹੀਦਾ। ਹੁਣ ਪੁਲਿਸ ਦੇ ਨਾਲ ਇਹਨਾਂ ਦਾ ਤਕਰਾਰ ਵੈਨਕੂਵਰ ਦੇ ਵਿੱਚ ਵੀ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਹੋਣਾ। ਉਹ ਕਹਿੰਦੇ ਆ ਕਿ ਅਸੀਂ ਪੁਲਿਸ ਨੂੰ ਸਾਰਾ ਕੁਛ ਦੱਸਦੇ ਹਾਂ, ਸਾਡਾ ਇੰਟਰਨੈਸ਼ਨਲ ਗਰੁੱਪ ਆ, ਅਸੀਂ ਜਿੱਥੇ ਵੀ ਜਾਣਾ ਪਹਿਲਾਂ ਅਸੀਂ ਉਹਨਾਂ ਨੂੰ ਦੱਸਦੇ ਹਾਂ, ਉਹਦੇ ਤੋਂ ਬਾਅਦ ਕੁਛ ਵੀ ਕਰਦੇ ਹਾਂ, ਪਰ ਫਿਰ ਵੀ ਸਾਨੂੰ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਜਾਂ ਸਾਨੂੰ ਗ੍ਰਿਫਤਾਰ ਕੀਤਾ ਜਾ ਰਿਹਾ। ਇਹ ਕਹਿੰਦੇ ਕਿ ਜਿਹੜਾ ਫੋਸਲ ਫਿਊਲ ਆ ਉਹਦੇ ਉੱਤੇ ਸਬਸਿਡੀਜ਼ ਐਂਡ ਕਰ ਦਿਓ, ਖਤਮ ਕਰ ਦਿਓ। ਜਿਹੜੀਆਂ ਗੈਸਿਸ ਆ, ਜਿਹੜਾ ਸਾਰਾ ਕੁਛ ਇੱਥੋਂ ਨਿਕਲਦਾ ਆ, ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਬੰਦ ਕਰ ਦਿੱਤਾ ਜਾਵੇ। ਸੋ ਇਹ ਪ੍ਰੋਟੈਸਟ ਵੈਨਕੂਵਰ ਦੇ ਵਿੱਚ ਪਲਾਨ ਹੋਣੇ ਆ 4:30 ਵਜੇ ਵੀਕਡੇ ਦੇ ਵਿੱਚ ਤੇ ਨੂਨ ਨੂੰ ਇਹ ਵੀਕਐਂਡ ਦੇ ਉੱਤੇ। ਤੇ ਇਹਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋ ਸਕਦਾ ਕਿ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਇੱਥੇ ਸਾਹਮਣਾ ਕਰਨਾ ਪਵੇ, ਪਰ ਇਹ ਲੋਕ ਵਾਤਾਵਰਨ ਦੇ ਲਈ ਲੜ ਰਹੇ ਆ। ਜਿਹੜੀ ਇੰਟਰਨੈਸ਼ਨਲ ਐਨਰਜੀ ਏਜੰਸੀ ਹੈ, ਵਰਲਡ ਐਨਰਜੀ ਆਊਟਲੁੱਕ ਆ, ਉਹਨੇ ਇੱਕ ਰਿਪੋਰਟ ਪਬਲਿਸ਼ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਕੈਨੇਡੀਅਨ ਬਹੁਤ ਜ਼ਿਆਦਾ ਐਨਰਜੀ ਕੰਜ਼ਿਊਮ ਕਰਦੇ ਆ, ਕਿ 300 ਗੀਗਾ ਜੂਲ ਐਨਰਜੀ ਪਰ ਪਰਸਨ ਲਾਸਟ ਈਅਰ ਕੈਨੇਡੀਅਨ ਨੇ ਯੂਜ਼ ਕੀਤੀ ਆ, ਜਿਹੜੀ ਹਾਈਐਸਟ ਆ ਦੁਨੀਆ ਦੇ ਵਿੱਚ। ਤੇ ਜਿਹੜੀ ਮਤਲਬ ਜਿੰਨੀ ਦੁਨੀਆ ਦੇ ਵਿੱਚ ਐਵਰੇਜ ਐਨਰਜੀ ਪਰ ਪਰਸਨ ਯੂਜ਼ ਹੁੰਦੀ ਆ, ਕੈਨੇਡਾ ਲਗਭਗ ਉਹਦੇ ਨਾਲੋਂ ਦੁੱਗਣੀ ਐਨਰਜੀ ਯੂਜ਼ ਕਰ ਰਹੇ। ਇਹਦੇ ਉੱਤੇ ਵੀ ਕਿਸੇ ਨਾ ਕਿਸੇ ਤਰ੍ਹਾਂ ਰੋਕ ਪਾਉਣ ਦੀ ਲੋੜ ਆ। ਜਿਹੜੇ ਉਹ ਇਹ ਕਹਿ ਰਹੇ ਆ ਐਕਸਟਿੰਕਸ਼ਨ ਰੈਬੇਲੀਅਨ ਕਿ ਅਲਟਰਨੇਟ ਸੋਰਸਿਸ ਆਫ ਐਨਰਜੀ ਹੋਣੇ ਚਾਹੀਦੇ ਆ, ਇਹਨੂੰ ਬੰਦ ਕੀਤਾ ਜਾਣਾ ਚਾਹੀਦਾ। ਸੋ ਇੱਕ ਬਹੁਤ ਵੱਡੀ ਆਵਾਜ਼ ਪੂਰੀ ਦੁਨੀਆ ਦੇ ਵਿੱਚ, ਤੇ ਉਹ ਦੁਨੀਆ ਦੀ ਵਿੱਚ ਉੱਠ ਰਹੀ ਆਵਾਜ਼ ਦਾ ਅਸਰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵੈਨਕੂਵਰ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਵਿੱਚ। ਅਮਰੀਕਾ ਦੀਆਂ ਅਖਬਾਰਾਂ ਦੇ ਵਿੱਚ ਅੱਜ ਇੱਕ ਖਬਰ ਬਹੁਤ ਪ੍ਰਮੁੱਖਤਾ ਦੇ ਨਾਲ ਛਾਪੀ ਗਈ ਆ। ਅਮਰੀਕਾ ਦੇ ਸਾਬਕਾ ਡਿਪਲੋਮੈਟ, ਮਿਲਟਰੀ ਜਨਰਲ ਤੇ ਸਟੇਟ ਸੈਕਟਰੀ ਕੋਲਿਨ ਪਾਵੇਲ, ਉਹਨਾਂ ਦੀ ਅੱਜ ਮੌਤ ਹੋ ਗਈ ਹੈ। ਕੋਲਿਨ ਪਾਵੇਲ ਦੀ ਉਮਰ 84 ਸਾਲ ਸੀ। ਪਾਵੇਲ ਰਿਪਬਲਿਕਨ ਪਾਰਟੀ ਦੇ ਨਾਲ ਰਹੇ ਆ ਤੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਦੇ ਬਹੁਤ ਅਹਿਮ ਸਹਿਯੋਗੀਆਂ ਵਿੱਚੋਂ ਇੱਕ ਪਾਵੇਲ ਨੂੰ ਮੰਨਿਆ ਜਾਂਦਾ ਸੀ। ਇਰਾਕ ਦੇ ਵਿੱਚ ਸਦਾਮ ਹੁਸੈਨ ਦੀ ਉਹਨੂੰ ਕੁਰਸੀ ਤੋਂ ਹਟਾਉਣ ਦੇ ਵਿੱਚ ਪਾਵੇਲ ਦੀ ਖਾਸ ਭੂਮਿਕਾ ਮੰਨੀ ਜਾਂਦੀ ਸੀ। ਅਮਰੀਕਾ ਦੇ ਪਹਿਲੇ ਅਫਰੀਕੀ ਅਮਰੀਕੀ ਵਿਦੇਸ਼ ਮੰਤਰੀ ਰਹੇ ਆ। ਇਹਦੇ ਤੋਂ ਇਲਾਵਾ ਅਮਰੀਕਾ ਦੇ ਵਿੱਚ ਬਹੁਤ ਮਹੱਤਵਪੂਰਨ ਅਹੁਦਿਆਂ ਦੇ ਉੱਤੇ ਕੋਲਿਨ ਪਾਵੇਲ ਤਾਇਨਾਤ ਰਹੇ ਆ ਤੇ ਅੱਜ 84 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ। ਅਮਰੀਕਾ ਦੀਆਂ ਜਿਹੜੀਆਂ ਮੀਡੀਆ ਰਿਪੋਰਟਸ ਆ ਉਹਨਾਂ ਦੇ ਵਿੱਚ ਦੱਸਿਆ ਗਿਆ ਕਿ ਪਾਵੇਲ ਕਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ਸ ਲੈ ਚੁੱਕੇ ਸੀ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਦੋਵੇਂ ਡੋਜ਼ਸ ਲੱਗੀਆਂ ਸੀ।
ਇਹਦੇ ਬਾਵਜੂਦ ਵੀ ਉਹਨਾਂ ਨੂੰ ਇਨਫੈਕਸ਼ਨ ਹੋ ਗਈ, ਕੋਵਿਡ-19 ਪੋਜ਼ਿਟਿਵ ਹੋ ਗਏ। ਉਹ ਥੋੜ੍ਹੇ ਦਿਨ ਪਹਿਲਾਂ ਹਸਪਤਾਲ ਦੇ ਵਿੱਚ ਉਹਨਾਂ ਨੂੰ ਐਡਮਿਟ ਕਰਵਾਇਆ ਗਿਆ ਸੀ, ਜਿੱਥੇ ਉਹਨਾਂ ਨੂੰ ਡਾਕਟਰ ਨੇ ਕਿਹਾ ਕਿ ਇਹ ਕਰੋਨਾ ਪੋਜ਼ਿਟਿਵ ਨੇ, ਕੋਵਿਡ ਪੋਜ਼ਿਟਿਵ ਨੇ। ਬਾਅਦ ਦੇ ਵਿੱਚ ਉਹਨਾਂ ਨੂੰ ਵੈਂਟੀਲੇਟਰ ਦੇ ਉੱਤੇ ਵੀ ਰੱਖਿਆ ਗਿਆ। ਪਰ ਅੱਜ ਜਾਣੀ ਕਿ ਸੋਮਵਾਰ ਨੂੰ ਜਦੋਂ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਅੱਜ ਸਵੇਰੇ ਉਹਨਾਂ ਦੀ ਮੌਤ ਹੋ ਗਈ। ਪਵੇਲ ਦੇ ਪਰਿਵਾਰ ਨੇ ਇੱਕ ਬਿਆਨ ਦੇ ਵਿੱਚ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪਰਿਵਾਰ ਨੇ ਇਹ ਗੱਲ ਕਹੀ ਹੈ ਕਿ ਪਵੇਲ ਫੁੱਲੀ ਵੈਕਸੀਨੇਟਡ ਸੀ। 2 ਮਹੀਨੇ ਪਹਿਲੇ ਉਹਨਾਂ ਨੂੰ ਦੋਨੋਂ ਡੋਜ਼ ਲਾਏ ਗਏ ਸੀ, ਤੋਂ ਬਾਅਦ ਵੀ ਉਹ ਬਦਕਿਸਮਤੀ ਨਾਲ ਕਰੋਨਾ ਪੋਜ਼ਿਟਿਵ ਹੋ ਗਏ। ਪਵੇਲ ਨੂੰ ਅਮਰੀਕੀ ਸੁਰੱਖਿਆ ਦੇ ਵਿਸ਼ੇਸ਼ ਮਾਹਰ ਵਜੋਂ ਜਾਣਿਆ ਜਾਂਦਾ ਸੀ ਅੱਜ ਤੱਕ। ਪਰਿਵਾਰ ਨੇ ਬਿਆਨ ਦੇ ਵਿੱਚ ਅੱਗੇ ਇਹ ਵੀ ਗੱਲ ਕਹੀ ਹੈ ਕਿ ਜਨਰਲ ਕੋਲਿਨ ਪਾਵੇਲ ਅਮਰੀਕਾ ਦੇ ਪੂਰਵ ਵਿਦੇਸ਼ ਮੰਤਰੀ ਅਤੇ ਪੂਰਵ ਜੁਆਇੰਟ ਚੀਫਸ ਆਫ ਸਟਾਫ ਰਹੇ ਸੀ। ਮੈਡੀਕਲ ਸਟਾਫ ਨੇ ਉਹਨਾਂ ਨੂੰ ਬਚਾਉਣ ਦੇ ਲਈ ਪੂਰੀ ਤਾਕਤ ਲਾਈ, ਪੂਰੀ ਜੀ ਤੋਂ ਡਾਕਟਰਾਂ ਨੇ ਕੋਸ਼ਿਸ਼ ਕੀਤੀ। ਉਹ ਕਹਿੰਦੇ ਇਹਦੇ ਲਈ ਅਸੀਂ ਪਰਿਵਾਰ ਨੇ ਇਹ ਗੱਲ ਕਹੀ ਹੈ ਕਿ ਅਸੀਂ ਡਾਕਟਰਸ ਦਾ ਧੰਨਵਾਦ ਕਰਦੇ ਹਾਂ। ਅਤੇ ਇੱਕ ਗੱਲ ਉਹਨਾਂ ਨੇ ਨਾਲ ਇਹ ਵੀ ਕਹੀ ਹੈ ਕਿ ਅੱਜ ਅਮਰੀਕਾ ਨੇ ਆਪਣਾ ਇੱਕ ਸੱਚਾ ਸਪੂਤ ਗਵਾ ਲਿਆ, ਉਹਦੀ ਮੌਤ ਹੋ ਗਈ। ਇੱਕ ਡਿਪਲੋਮੈਟ ਦੇ ਤੌਰ ਦੇ ਉੱਤੇ ਵੀ ਪਵੇਲ ਦਾ ਕੈਰੀਅਰ ਬਹੁਤ ਸ਼ਾਨਦਾਰ ਰਿਹਾ। 2003 ਦੇ ਵਿੱਚ UN ਦੇ ਵਿੱਚ ਉਹਨਾਂ ਨੇ ਇਰਾਕ ਦੇ ਵਿੱਚ ਫੌਜ ਭੇਜਣ ਦੇ ਫੈਸਲੇ ਦਾ ਨਾ ਸਿਰਫ ਬਚਾਅ ਕੀਤਾ, ਸਗੋਂ ਇਹ ਵੀ ਸਾਬਿਤ ਕਰ ਦਿੱਤਾ ਕਿ ਇਹ ਜਿਹੜਾ ਕਦਮ ਸੀਗਾ ਫੌਜ ਭੇਜਣ ਵਾਲਾ, ਇਹ ਜ਼ਰੂਰੀ ਕਿਉਂ ਸੀ। ਜਮੈਕਾ ਤੋਂ ਇਹਨਾਂ ਦੇ ਪੇਰੈਂਟਸ ਆਏ ਸੀ। ਪਵੇਲ ਦਾ ਜਨਮ ਅਮਰੀਕਾ ਦੇ ਵਿੱਚ ਹੀ ਹੋਇਆ ਸੀ। ਉਹਨਾਂ ਦੇ ਪੇਰੈਂਟਸ ਜਮੈਕਾ ਮੂਲ ਦੇ ਸੀਗੇ। ਨਿਊਯਾਰਕ ਤੋਂ ਪਵੇਲ ਨੇ ਗ੍ਰੈਜੂਏਸ਼ਨ ਕੀਤੀ। ਬਾਅਦ ਦੇ ਵਿੱਚ US ਆਰਮੀ ਦੇ ਵਿੱਚ ਚਲੇ ਗਏ। ਉੱਥੇ ਜਿਹੜੀ ਖਾਸ ਬਹੁਤ ਸਾਰੀ ਜਿਹੜੀ ਜੰਗ ਸੀਗੀਆਂ ਉਹਨਾਂ ਦੇ ਵਿੱਚ ਹਿੱਸਾ ਵੀ ਲਿਆ। ਜਾਰਜ ਬੁਸ਼ ਦੇ ਦੌਰ ਦੇ ਵਿੱਚ ਉਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਰਹੇ ਆ, ਜਿਹੜਾ ਕਿ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਅਹੁਦਾ ਮੰਨਿਆ ਜਾਂਦਾ। 2007 ਦੇ ਵਿੱਚ ਉਹਨਾਂ ਨੂੰ ਨਿਊਯਾਰਕ ਟਾਈਮਜ਼ ਨੂੰ ਇੱਕ ਇੰਟਰਵਿਊ ਦਿੱਤਾ ਸੀ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪਵੇਲ ਨੂੰ ਖੁਦ ਪ੍ਰੋਬਲਮ ਸੋਲਵਰ ਕਿਹਾ ਜਾਂਦਾ ਸੀ। ਇੱਕ ਫੌਜੀ ਜਿਹੜਾ ਡਿਪਲੋਮੈਸੀ ਦੇ ਵੀ ਬਹੁਤ ਸਾਰੇ ਬਿਹਤਰ ਤਰੀਕੇ ਜਾਣਦਾ ਸੀ, ਇਸ ਗੱਲ ਦੇ ਲਈ ਵੀ ਪਵੇਲ ਨੂੰ ਜਾਣਿਆ ਜਾਂਦਾ ਸੀ। ਖਾਸ ਗੱਲ ਇਹ ਸੀ ਕਿ ਪਵੇਲ ਦੇ ਪਿਤਾ ਜਿਹੜੇ ਮਾਈਕਲ ਸੀਗੇ, ਉਹ ਵੀ ਅਮਰੀਕਾ ਦੇ ਵਿੱਚ ਜੁਆਇੰਟ ਚੀਫਸ ਆਫ ਸਟਾਫ ਰਹਿ ਚੁੱਕੇ ਸੀ। ਸੋ ਕੋਲਿਨ ਪਵੇਲ ਦੀ ਮੌਤ ਦੇ ਨਾਲ ਅੱਜ ਇੱਕ ਜਿਹੜਾ ਬੈਰੀਅਰ ਬ੍ਰੇਕਿੰਗ ਸੋਲਜੀਅਰ ਡਿਪਲੋਮੈਟ, ਜਿਹਨੇ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਪ੍ਰੈਜ਼ੀਡੈਂਟਸ ਦੇ ਨਾਲ ਯੁੱਧ ਦੇ ਵਿੱਚ ਦੋਵਾਂ ਦੇ ਨਾਲ ਹੀ ਸਰਵ ਕੀਤਾ, ਉਹਦੀ ਮੌਤ ਦੇ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਅਮਰੀਕਾ ਦੇ ਵਿੱਚ ਪਿਆ ਆ। ਵੀਅਤਨਾਮ ਵਾਰ ਦੇ ਵਿੱਚ ਵੀ ਜਿਹੜੀ ਵੀਅਤਨਾਮ ਦੇ ਨਾਲ ਲੜਾਈ ਸੀ, ਉਹਦੇ ਵਿੱਚ ਵੀ ਪਵੇਲ ਦਾ ਖਾਸ ਯੋਗਦਾਨ ਮੰਨਿਆ ਜਾਂਦਾ। 35 ਸਾਲ ਆਰਮੀ ਦੇ ਵਿੱਚ ਇਹਨਾਂ ਨੇ ਆਪਣੇ ਗੁਜ਼ਾਰੇ, ਜਿਹੜੇ 4 ਸਟੇਜ ਜਨਰਲ ਦੇ ਰੈਂਕ ਤੱਕ ਪਹੁੰਚੇ। 1999 ਦੇ ਵਿੱਚ ਪਹਿਲੇ ਬਲੈਕ ਚੇਅਰਮੈਨ ਬਣੇ ਇਹ ਜੁਆਇੰਟ ਚੀਫਸ ਆਫ ਸਟਾਫ ਦੇ, ਅਤੇ ਉਸ ਰੋਲ ਨੂੰ ਵੀ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਰਾਕ ਦੇ ਵਿੱਚ ਵੀ ਇਹਨਾਂ ਦੀ ਭੂਮਿਕਾ ਅਹਿਮ ਰਹੀ ਆ। ਔਰ ਉਹਦੇ ਤੋਂ ਇੱਕ ਦਹਾਕਾ ਬਾਅਦ ਜਦੋਂ ਉਹਨਾਂ ਨੇ ਪ੍ਰੈਜ਼ੀਡੈਂਟ ਜਾਰਜ ਬੁਸ਼ ਨੂੰ ਜੁਆਇਨ ਕੀਤਾ ਕੈਬਨਿਟ ਨੂੰ, ਤਾਂ ਉੱਥੇ ਪਹਿਲੇ ਬਲੈਕ ਸੈਕਟਰੀ ਆਫ ਸਟੇਟ ਸੀਗੇ। ਉਹਨਾਂ ਦੀ ਇੱਕ ਬਹੁਤ ਲੈਗੇਸੀ ਹੈ, ਜਿਹਨੂੰ ਅੱਜ ਅਮਰੀਕਾ ਦੇ ਲੋਕ ਯਾਦ ਕਰ ਰਹੇ ਆ। ਅਗਲੀ ਖਬਰ ਸਾਈਬਰ ਸਿਕਿਉਰਿਟੀ ਨੂੰ ਲੈ ਕੇ ਆ। ਹਰ ਇੱਕ ਵਿਅਕਤੀ ਕਿਸੇ ਨਾਲ ਵੀ ਸਾਈਬਰ ਕ੍ਰਾਈਮ ਹੋ ਸਕਦਾ, ਕਿਉਂਕਿ ਉਹ ਸਾਈਬਰ ਜਿਹੜਾ ਮੋਬਾਈਲ ਯੂਜ਼ ਕਰਦਾ ਹੈ, ਇੰਟਰਨੈਟ ਯੂਜ਼ ਕਰਦਾ ਹੈ, ਕੰਪਿਊਟਰ ਯੂਜ਼ ਕਰਦਾ ਹੈ। ਔਰ ਬਹੁਤ ਸਾਰੇ ਇੰਡੀਵਿਜੂਅਲਸ ਦੇ ਲਈ, ਬਿਜ਼ਨਸਿਸ ਦੇ ਲਈ ਜਿਹੜੀ ਡਾਟਾ ਬਰੀਚ ਆ, ਉਹਦੀ ਕੀਮਤ ਬਹੁਤ ਜ਼ਿਆਦਾ ਦੇਣੀ ਪੈਂਦੀ ਹੈ। ਪਿਛਲੇ ਸਮੇਂ ਦੇ ਵਿੱਚ ਵੱਡੀਆਂ ਏਜੰਸੀ ਦੇ ਨਾਲ, ਸਰਕਾਰਾਂ ਦੇ ਨਾਲ ਕਈ ਇੱਦਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ, ਜਿਹਦੇ ਵਿੱਚ ਲੋਕਾਂ ਨੇ ਉਹਨਾਂ ਦੇ ਸਿਸਟਮ ਹੈਕ ਕਰ ਲਏ ਅਤੇ ਉਹਦੇ ਤੋਂ ਬਾਅਦ ਸਰਕਾਰਾਂ ਨੂੰ ਪੈਸੇ ਦੇ ਕੇ ਖਹਿੜਾ ਛਡਾਉਣਾ ਪਿਆ, ਜਿਹਦੇ ਵਿੱਚ ਅਮਰੀਕਾ ਵਰਗੀ ਜਿਹੜਾ ਦੇਸ਼ ਸੀ, ਉਹਦੀਆਂ ਕੁਝ ਵੱਡੀਆਂ ਜਿਹੜੀਆਂ ਔਰਗੇਨਾਈਜੇਸ਼ਨ ਸੀ, ਉਹ ਵੀ ਸ਼ਾਮਲ ਸੀਗੀਆਂ। ਪਰ ਦੱਸਿਆ ਜਾ ਰਿਹਾ ਕਿ ਸਿਰਫ ਸਟਰੋਂਗ ਪਾਸਵਰਡ ਬਣਾਉਣ ਨਾਲ ਹੀ ਸਾਰਾ ਕੁਝ ਠੀਕ ਠਾਕ ਨਹੀਂ ਹੋ ਸਕਦਾ। ਸਾਈਬਰ ਰਿਸਕ ਇਸ ਵੇਲੇ ਬਹੁਤ ਜ਼ਿਆਦਾ ਜਿਹੜਾ ਅੱਗੇ ਵੱਧ ਰਿਹਾ ਆ। ਜਿਹੜਾ ਠੀਕ ਠਾਕ ਚੀਜ਼ਾਂ ਕਰਨੀਆਂ ਪੈਣਗੀਆਂ, ਤੁਹਾਨੂੰ ਆਪਣਾ ਖਿਆਲ ਰੱਖਣਾ ਪਊਗਾ, ਆਪਣੇ ਡਾਟੇ ਦਾ ਖਿਆਲ ਰੱਖਣਾ ਪਊਗਾ ਠੀਕ ਠਾਕ ਕਰਨ ਦੇ ਲਈ। ਜਿਹੜੀ ਸਾਈਬਰ ਕ੍ਰਾਈਮ ਆ, ਇਹ ਵੀ ਇੱਕ ਪੈਂਡੈਮਿਕ ਆ ਆਪਣੇ ਕਿਸਮ ਦੀ। ਜਿਹੜੇ ਇਹ ਸਾਈਬਰ ਸਿਕਿਉਰਿਟੀ ਨਾਲ ਸੰਬੰਧਿਤ ਲੋਕ ਨੇ, ਉਹ ਦੱਸ ਰਹੇ ਨੇ। ਔਰ ਇਹ ਗੱਲਬਾਤ ਅੱਜ ਕਿਉਂ ਕੀਤੀ ਜਾ ਰਹੀ ਹੈ? ਕਿਉਂਕਿ ਅਕਤੂਬਰ ਦਾ ਮਹੀਨਾ ਸਾਈਬਰ ਸਿਕਿਉਰਿਟੀ ਮੰਥ ਆ। ਇਹਨੂੰ ਜਿਹੜੀ ਸਾਈਬਰ ਸਿਕਿਉਰਿਟੀ ਅਵੇਅਰਨੈਸ ਮੰਥ ਵਜੋਂ ਇਸ ਵੇਲੇ ਮਨਾਇਆ ਜਾਂਦਾ, ਔਰ ਬਹੁਤ ਸਾਰੀਆਂ ਟਿਪਸ ਲੋਕਾਂ ਨੂੰ ਦਿੱਤੀਆਂ ਜਾਂਦੀਆਂ। ਉਹ ਕਹਿੰਦੇ ਜਿੰਨੀ ਜਲਦੀ ਹੋ ਸਕਦਾ ਆਪਣੇ ਪਾਸਵਰਡ ਨੂੰ ਸਿਕਿਉਰ ਰੱਖੋ, ਕਿਸੇ ਨੂੰ ਦੱਸੋ ਨਾ, ਪਾਸਵਰਡ ਨੂੰ ਜਲਦੀ ਚੇਂਜ ਕਰ ਲਓ, ਤੁਸੀਂ ਬਚ ਸਕਦੇ ਆ। ਉਹਦੇ ਤੋਂ ਬਾਅਦ ਵੀ ਤੁਹਾਨੂੰ ਬਹੁਤ ਜਿਹੜੀਆਂ ਚੀਜ਼ਾਂ ਆ ਉਹਨੂੰ ਖਿਆਲ ਰੱਖਣਾ ਪਊਗਾ, ਤਾਂ ਕਿ ਤੁਸੀਂ ਇਹਦੇ ਡੈਮੇਜ ਤੋਂ ਬਚ ਸਕੋ।
ਜਿਹੜੀਆਂ ਪਿੱਛੇ ਜੇ ਤੁਹਾਨੂੰ ਪਤਾ ਕਿ ਅਮਰੀਕਾ ਦੇ ਵਿੱਚ ਕੁਝ ਕੰਪਨੀਆਂ ਸੀਗੀਆਂ, ਉਹਨਾਂ ਨੂੰ 4.4 ਮਿਲੀਅਨ ਡਾਲਰ ਦੇ ਕੇ ਜਿਹੜੀ ਪਾਈਪਲਾਈਨ ਉਹਨਾਂ ਨੇ ਹੈਕ ਕਰ ਲਈ ਸੀ, ਆਪਣੀ ਜਿਹੜੀ ਆ ਉਹ ਸਾਰਾ ਡਾਟਾ ਵਾਪਸ ਲੈਣਾ ਪਿਆ ਸੀ। ਹਾਲਾਂਕਿ ਬਾਅਦ ਦੇ ਵਿੱਚ ਉਹਨੂੰ ਜਿਹੜੀ ਅਮਰੀਕਾ ਗਵਰਨਮੈਂਟ ਸੀ ਉਹਨਾਂ ਨੇ ਬਾਅਦ ਦੇ ਵਿੱਚ ਉਹਨੂੰ ਰਿਕਵਰ ਵੀ ਕਰ ਲਿਆ ਸੀ। ਪਰ ਇਸ ਵੇਲੇ ਡਾਰਕ ਵੈਬ ਦੇ ਉੱਤੇ ਕੋਵਿਡ-19 ਦੀ ਵੈਕਸੀਨ ਪਾਸਪੋਰਟ ਵੀ ਪਏ ਆ, ਫੇਕ ਰਿਜ਼ਲਟ ਵੀ ਪਏ ਆ, ਔਰ ਥੋੜ੍ਹੇ ਥੋੜ੍ਹੇ ਡਾਲਰਾਂ ਦੇ ਵਿੱਚ ਵਿਕ ਰਹੇ ਆ। ਇਹ ਵੀ ਆਪਣੇ ਦੇ ਵਿੱਚ ਬਹੁਤ ਵੱਡਾ ਇੱਕ ਸਾਈਬਰ ਕ੍ਰਾਈਮ ਆ, ਇਹਦੇ ਤੋਂ ਵੀ ਬਚਿਆ ਜਾਣਾ ਚਾਹੀਦਾ। ਔਰ ਬਹੁਤ ਸਾਰੇ ਲੋਕਾਂ ਨੂੰ ਦੱਸਿਆ ਜਾ ਰਿਹਾ ਕਿ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਇਹ ਅਸਲੀ ਆ ਅਤੇ ਕਿਹੜਾ ਨਕਲੀ ਆ। ਔਰ ਪਰਸਨਲ ਇਨਫੋਰਮੇਸ਼ਨ ਖਾਸ ਤੌਰ 'ਤੇ ਇਸ ਵੇਲੇ ਬਚਾਉਣ ਦੀ ਲੋੜ ਆ। ਪਾਸਵਰਡ ਫਰੀਕੁਐਂਟਲੀ ਚੇਂਜ ਕਰੋ, ਔਰ ਜਿਹੜਾ ਜਿੰਨੀ ਉਹਨੂੰ ਸਿਕਿਉਰ ਕਰ ਸਕਦੇ ਆ ਓਨਾ ਉਹਨੂੰ ਜ਼ਿਆਦਾ ਸਿਕਿਉਰ ਕਰੋ। ਅਤੇ ਨਾਲ ਹੀ ਇਹਦਾ ਦੱਸਿਆ ਜਾ ਰਿਹਾ ਕਿ ਇਸ ਦੁਨੀਆ ਦੇ ਵਿੱਚ ਜਿਹੜਾ ਜਿੰਨੇ ਸਟੈਪਸ ਫੋਲੋ ਕੀਤੇ ਜਾਣੇ ਚਾਹੀਦੇ ਆ ਇਹਨੂੰ ਬਚਾਉਣ ਦੇ ਲਈ, ਜਿਸ ਤਰ੍ਹਾਂ ਕਲੋਨੀਅਲ ਪਾਈਪਲਾਈਨ ਅਟੈਕ ਹੋਇਆ, ਜਿਹਨੇ ਇੰਪੈਕਟ ਸਿਰਫ ਉਸ ਪਾਈਪਲਾਈਨ 'ਤੇ ਨਹੀਂ ਕੀਤਾ। ਇੱਕ ਦੋ ਉਦਾਹਰਨਾਂ ਜਿਹੜੀਆਂ ਦੁਨੀਆ ਦੇ ਵਿੱਚ ਰੀਸੈਂਟਲੀ ਵਾਪਰੀਆਂ ਸਾਈਬਰ ਅਟੈਕਸ ਦੀਆਂ, ਕਲੋਨੀਅਲ ਪਾਈਪਲਾਈਨ ਅਮਰੀਕਾ ਦੇ ਵਿੱਚ ਅਟੈਕ ਕਰ ਦਿੱਤਾ ਗਿਆ। ਇੱਕ ਨੈਸ਼ਨਲ ਕ੍ਰਿਟੀਕਲ ਇਨਫਰਾਸਟਰਕਚਰ ਸਿਸਟਮ ਸੀ। ਲੋਕ ਜਿਹੜੇ ਉਹ ਘਬਰਾ ਗਏ, ਉਹਨਾਂ ਨੇ ਪੈਨਿਕ ਬਾਇੰਗ ਕਰਨੀ ਸ਼ੁਰੂ ਕਰ ਦਿੱਤੀ, ਗੈਸ ਦੀਆਂ ਕੀਮਤਾਂ ਵੱਧ ਗਈਆਂ, ਸਿੱਧਾ ਗੈਸੋਲੀਨ ਸ਼ਾਰਟੇਜ ਹੋ ਗਈ। ਉਹਦੇ ਤੋਂ ਬਾਅਦ ਜਿਹੜੇ ਉਹ ਕੁਝ ਲੋਕ ਸੀਗੇ ਜਿਹੜੇ ਦੱਸਿਆ ਜਾ ਰਿਹਾ ਸੀ ਕਿ ਰਸ਼ੀਅਨ ਭਾਸ਼ਾ ਬੋਲਦੇ ਸੀ, ਉਹਨਾਂ ਤੋਂ ਬਾਅਦ ਦੇ ਵਿੱਚ ਕਿਸੇ ਤਰ੍ਹਾਂ ਉਹਨਾਂ ਦੇ ਨਾਲ ਕਰਕੇ ਇਹਨੂੰ 4.4 ਮਿਲੀਅਨ ਡਾਲਰਸ ਬਿਟਕੋਇਨ ਦੇ ਵਿੱਚ ਦੱਸਦੇ ਆ ਕਿ ਜਿਹੜਾ ਦਿੱਤਾ ਗਿਆ, ਅਤੇ ਉਹਦੇ ਤੋਂ ਬਾਅਦ ਆਪਣਾ ਬਚਾਅ ਕੀਤਾ ਗਿਆ। ਹਾਲਾਂਕਿ ਬਾਅਦ ਦੇ ਵਿੱਚ ਸਰਕਾਰ ਨੇ ਉਹਨੂੰ ਸਾਰੇ ਕੁਝ ਨੂੰ ਰਿਕਵਰ ਕਰ ਲਿਆ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਜਿਹੜੀਆਂ ਆ ਸਾਡੇ ਸਾਹਮਣੇ ਆਉਂਦੀਆਂ ਆ। ਅਤੇ ਅਕਤੂਬਰ ਸਾਈਬਰ ਸਿਕਿਉਰਿਟੀ ਮੰਥ, ਇਹਦੇ ਵਿੱਚ ਖਾਸ ਤੌਰ 'ਤੇ ਆਪਣੇ ਡਾਟੇ ਨੂੰ ਬਚਾ ਕੇ ਰੱਖਣ ਦੀ ਲੋੜ ਆ। ਪਾਸਵਰਡ ਨੂੰ ਜਿੰਨੀ ਜਲਦੀ ਅਤੇ ਜਿੰਨੀ ਜਿਹੜਾ ਫਰੀਕੁਐਂਟਲੀ ਤੁਸੀਂ ਚੇਂਜ ਕਰ ਸਕਦੇ ਆ, ਜਿੰਨਾ ਉਹਨੂੰ ਤੁਸੀਂ ਜਦੋਂ ਵੀ ਕੋਈ ਤੁਹਾਨੂੰ ਖਤਰਾ ਲੱਗਦਾ ਉਸ ਵੇਲੇ ਜਿਹੜਾ ਪਾਸਵਰਡ ਨੂੰ ਚੇਂਜ ਕਰ ਲਓ, ਅਤੇ ਇਹਦੇ ਨਾਲ ਹੀ ਜਿੰਨਾ ਸਟਰੋਂਗ ਪਾਸਵਰਡ ਬਣਾ ਸਕਦੇ ਆ ਉਹਨੂੰ ਬਣਾ ਕੇ ਰੱਖੋ। ਅਤੇ ਇਹਦੇ ਬਾਰੇ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਦੱਸੀ ਜਾ ਰਹੀ ਹੈ। ਪਿਛਲੇ ਸਮੇਂ ਦੇ ਵਿੱਚ ਜਿਹੜੇ ਐਬੋਰੀਜਨਲ ਨੇ, ਇੰਡੀਜੀਨੀਅਸ ਲੋਕ ਨੇ, ਕੈਨੇਡਾ ਦੇ ਮੂਲ ਨਿਵਾਸੀ ਨੇ, ਉਹਨਾਂ ਦਾ ਮਾਮਲਾ ਕਾਫੀ ਚਰਚਾ ਦੇ ਵਿੱਚ ਰਿਹਾ। ਖਾਸ ਕਰ ਉਦੋਂ ਦਾ ਜਦੋਂ ਦਾ ਰੈਜ਼ੀਡੈਂਸ਼ੀਅਲ ਸਕੂਲਾਂ ਦੀ ਗੱਲਬਾਤ ਚੱਲੀ, ਅਤੇ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਥੱਲਿਓਂ ਅਨਮਾਰਕ ਜਿਹੜੀਆਂ ਗ੍ਰੇਵਸ ਮਿਲੀਆਂ, ਉਹਨਾਂ ਬੱਚਿਆਂ ਦੀਆਂ ਕਬਰਾਂ ਉੱਥੋਂ ਮਿਲੀਆਂ, ਉਹਨਾਂ ਦੀਆਂ ਲਾਸ਼ਾਂ ਦੇ ਅਵਸ਼ੇਸ਼ ਮਿਲੇ ਜਿਹੜੇ ਇਹਨਾਂ ਸਕੂਲਾਂ ਦੇ ਵਿੱਚ ਕਦੇ ਪੜ੍ਹਦੇ ਸੀ। ਇਹਨਾਂ ਸੰਬੰਧੀ ਇੱਕ ਹੁਣ ਇੰਡੀਜੀਨੀਅਸ ਲੋਕਾਂ ਸੰਬੰਧੀ ਕੁਝ ਖਬਰਾਂ ਆ ਰਹੀਆਂ, ਜਿਹੜੇ ਨਵੇਂ ਫਿਗਰਸ ਨੇ, ਨਵਾਂ ਡਾਟਾ ਆ, ਸਟੈਟਿਸਟਿਕਸ ਕੈਨੇਡਾ ਦੱਸ ਰਿਹਾ ਆ, ਉਹ ਪ੍ਰੋਜੈਕਟ ਕਰ ਰਿਹਾ ਆ। ਉਹ ਇਹ ਦੱਸ ਰਿਹਾ ਕਿ ਇੰਡੀਜੀਨੀਅਸ ਪਾਪੂਲੇਸ਼ਨ ਆਉਣ ਵਾਲੇ ਸਮੇਂ ਵਿੱਚ ਕਾਫੀ ਤੇਜ਼ੀ ਨਾਲ ਵਧੂਗੀ, ਔਰ ਇਹ ਇੰਨੀ ਤੇਜ਼ੀ ਨਾਲ ਵਧੂਗੀ ਕਿ ਜਿਹੜੀ ਨਾਨ ਇੰਡੀਜੀਨੀਅਸ ਲੋਕ ਨੇ ਕੈਨੇਡਾ ਦੇ ਵਿੱਚ ਰਹਿੰਦੇ, ਜਿਹੜੇ ਬਾਹਰੋਂ ਆਏ ਜਿੱਦਾਂ ਕਿ ਆਪਾਂ ਆਏ ਆ, ਇਹਨਾਂ ਦੀ ਪਾਪੂਲੇਸ਼ਨ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਇੱਥੇ ਇੰਡੀਜੀਨੀਅਸ ਲੋਕਾਂ ਦੀ ਪਾਪੂਲੇਸ਼ਨ ਵਧਣੀ ਆ ਆਉਣ ਵਾਲੇ ਸਮੇਂ ਦੇ ਵਿੱਚ। ਦੱਸਿਆ ਜਾ ਰਿਹਾ ਕਿ ਜਿਹੜੀ 1.8 ਮਿਲੀਅਨ ਇਹਨਾਂ ਦੀ ਪਾਪੂਲੇਸ਼ਨ ਸੀਗੀ 2016 ਦੇ ਵਿੱਚ, ਇਹ ਨੰਬਰ ਕਹਿੰਦੇ 1.8 ਤੋਂ 2.49 ਯਾਨੀ ਕਿ 2.5 ਮਿਲੀਅਨ ਦੇ ਨੇੜੇ ਪਹੁੰਚ ਸਕਦਾ 2041 ਤੱਕ, ਜੇ ਲੋ ਗਰੋਥ ਹੋਈ। ਮਤਲਬ ਜਿਹਨਾਂ ਦੀ ਪਾਪੂਲੇਸ਼ਨ ਜਿਹੜਾ ਅੰਦਾਜ਼ਾ ਲਾਇਆ ਜਾ ਰਿਹਾ ਉਹਦੇ ਹਿਸਾਬ ਦੇ ਨਾਲ ਹੌਲੀ ਹੌਲੀ ਵੀ ਵਧੀ, ਫਿਰ ਵੀ 2.49 ਮਿਲੀਅਨ ਹੋ ਜੂਗੀ। ਅਤੇ ਜੇ ਇਹ ਪਾਪੂਲੇਸ਼ਨ ਤੇਜ਼ੀ ਨਾਲ ਵਧੀ ਤਾਂ 3.18 ਮਿਲੀਅਨ ਵੀ ਹੋ ਸਕਦੀ ਆ। ਸੋ ਜਿਹੜੀ ਕਿ ਇੱਕ ਬਹੁਤ ਵੱਡਾ ਅੰਕੜਾ ਦੱਸਿਆ ਜਾ ਰਿਹਾ ਆ। ਦੱਸਿਆ ਜਾ ਰਿਹਾ ਕਿ ਜਿਹੜੇ ਓਵਰਆਲ ਕੈਨੇਡੀਅਨ ਪਾਪੂਲੇਸ਼ਨ ਦੇ ਵਿੱਚ ਇਹ 5.4% ਦੇ ਨੇੜੇ ਤੇੜੇ ਤੋਂ ਲੈ ਕੇ 6.8% ਤੱਕ ਇਹਨਾਂ ਦੀ ਪਾਪੂਲੇਸ਼ਨ ਹੋਊਗੀ 2041 ਦੇ ਵਿੱਚ। ਤੁਹਾਨੂੰ ਯਾਦ ਹੋਊਗਾ ਕੈਨੇਡਾ ਦੀ ਇਸ ਧਰਤੀ ਦੇ ਉੱਤੇ ਮੂਲ ਨਿਵਾਸੀ ਮੁੱਖ ਰੂਪ ਦੇ ਵਿੱਚ ਰਹਿੰਦੇ ਸੀ। ਫਿਰ ਉਹਦੇ ਤੋਂ ਬਾਅਦ ਜਦੋਂ ਬਾਹਰੋਂ ਲੋਕ ਇੱਥੇ ਯੂਰਪ ਤੋਂ ਜਾਂ ਦੂਜੀਆਂ ਥਾਵਾਂ ਦੇ ਉੱਤੇ ਆਉਣੇ ਸ਼ੁਰੂ ਹੋਏ, ਉਹਨਾਂ ਨੇ ਹੌਲੀ ਹੌਲੀ ਇਹ ਧਰਤੀ ਦੇ ਉੱਤੇ ਇਸ ਧਰਤੀ ਨੂੰ ਵਸਾਇਆ, ਆਬਾਦ ਕੀਤਾ, ਅਤੇ ਹੌਲੀ ਹੌਲੀ ਇੱਥੇ ਰਹਿਣ ਲੱਗ ਪਏ। ਮੂਲ ਨਿਵਾਸੀ ਹੌਲੀ ਹੌਲੀ ਜਿਹੜੇ ਆ ਉਹ ਸਾਰੇ ਦੇ ਵਿੱਚੋਂ ਗਾਇਬ ਹੋਣ ਲੱਗ ਪਏ। ਹੁਣ ਦੁਬਾਰਾ ਉਹਨਾਂ ਦੀ ਪਾਪੂਲੇਸ਼ਨ ਜਿਹੜੀ ਵਧਣੀ ਸ਼ੁਰੂ ਹੋਈ ਆ, ਔਰ ਪਾਪੂਲੇਸ਼ਨ ਦੂਜੀ ਪਾਪੂਲੇਸ਼ਨ ਨਾਲੋਂ ਵੀ ਤੇਜ਼ੀ ਦੇ ਨਾਲ ਵੱਧ ਰਹੀ ਹੈ। ਅਕਤੂਬਰ ਜਿਹੜੀ 6 ਨੂੰ ਇਹ ਫਿਗਰਸ ਰਿਲੀਜ਼ ਕੀਤੀਆਂ ਗਈਆਂ, ਔਰ ਇਹ ਵੀ ਉਦੋਂ ਜਦੋਂ ਕੈਨੇਡਾ ਦੇ ਵਿੱਚ ਪਹਿਲਾ ਨੈਸ਼ਨਲ ਡੇ ਆਫ ਟਰੂਥ ਐਂਡ ਰੀਕਨਸਾਈਲੇਸ਼ਨ ਪਿੱਛੇ ਜਿਹੇ ਮਨਾਇਆ ਗਿਆ। 2 ਮੇਨ ਫੈਕਟਰ ਦੱਸੇ ਜਾ ਰਹੇ ਆ ਇਹਨਾਂ ਦੀ ਆਬਾਦੀ ਦੇ ਵਿੱਚ। ਇੱਕ ਤਾਂ ਹਾਈ ਫਰਟੀਲਿਟੀ, ਇਹਨਾਂ ਦੇ ਬੱਚੇ ਬਹੁਤ ਪੈਦਾ ਹੁੰਦੇ ਆ। ਦੂਜਾ ਦੱਸਦੇ ਆ ਕਿ ਜਿਹੜੀ ਸੈਲਫ ਰਿਪੋਰਟਿੰਗ ਆ ਇੰਡੀਜੀਨੀਅਸ ਆਈਡੈਂਟੀਟੀ ਦੀ, ਉਹ ਕਾਫੀ ਜ਼ਿਆਦਾ ਆ। ਦੇਸ਼ ਦੇ ਵਿੱਚ ਇੰਡੀਜੀਨੀਅਸ ਪਾਪੂਲੇਸ਼ਨ ਨਾਨ ਇੰਡੀਜੀਨੀਅਸ ਲੋਕਾਂ ਦੀ ਗਰੋਥ ਨੂੰ ਉਹਨਾਂ ਦੇ ਨਾਲੋਂ ਵੀ ਤੇਜ਼ੀ ਦੇ ਨਾਲ ਵਧੂਗੀ ਆਉਣ ਵਾਲੇ ਸਮੇਂ ਦੇ ਵਿੱਚ, ਜਿਹਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। 2016 ਦੇ ਵਿੱਚ ਜਿਹੜੀ
ਇੰਡੀਜੀਨੀਅਸ ਰੈਜ਼ੀਡੈਂਸ ਸੀਗੇ ਉਹ 29.1 ਸੀ, ਅਤੇ 2041 ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੀ ਪ੍ਰੋਜੈਕਟਡ ਐਵਰੇਜ ਆ 38.4 ਜਿਹੜੀ ਇੱਥੇ ਦੱਸੀ ਜਾ ਰਹੀ ਹੈ। ਸੋ ਇਹ ਇੱਕ ਵਾਧਾ। ਇਹਦੇ ਤੋਂ ਬਾਅਦ ਇਹਦਾ ਕੈਨੇਡਾ ਦੇ ਵਿੱਚ ਜਿਹੜੇ ਪੋਲੀਟੀਕਲ, ਇਕਨੋਮਿਕ, ਸੋਸ਼ਲ ਜਾਂ ਜਿਹੜੇ ਲਿੰਗੁਇਸਟਿਕ ਇਫੈਕਟਸ ਆ ਉਹ ਵੀ ਸਾਹਮਣੇ ਆਉਣਗੇ। ਇਹਨਾਂ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਵੀ ਇਸ ਸਮੇਂ ਦੇ ਵਿੱਚ ਗੁਆਚੀਆਂ, ਜਿਨ੍ਹਾਂ ਦੇ ਕੁਝ ਭਾਸ਼ਾਵਾਂ ਇੰਡੀਜੀਨਸ ਲੋਕਾਂ ਦੀਆਂ ਇੰਨੀਆਂ ਕੁ ਰਹਿ ਗਈਆਂ ਕਿ ਉਹਨਾਂ ਦੇ ਕੁਝ ਕੁ ਬੋਲਣ ਵਾਲੇ ਬਚੇ ਸੀ, ਪਰ ਉਹਨਾਂ ਨੇ ਪੜ੍ਹ ਲਿਖ ਕੇ ਅੱਗੇ ਆ ਕੇ ਆਪਣੀਆਂ ਭਾਸ਼ਾਵਾਂ ਨੂੰ ਵੀ ਬਚਾਇਆ। ਰੈਜ਼ੀਡੈਂਸ਼ੀਅਲ ਸਕੂਲਾਂ ਦੀ ਗੱਲਬਾਤ ਵੀ ਚੱਲ ਰਹੀ ਆ, ਅਤੇ ਇਹ ਜਿਹੜੀ 2041 ਤੱਕ ਹੁਣ ਜਿਹੜਾ ਸਾਹਮਣੇ ਅੰਕੜੇ ਆਏ ਆ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਬਹੁਤੀ ਪਾਪੂਲੇਸ਼ਨ ਜਿਹੜੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਊਗੀ, ਅਤੇ ਜਿਹੜੀ ਓਨਟਾਰੀਓ ਅਤੇ ਅਲਬਰਟਾ ਤੋਂ ਬਾਅਦ ਇੱਕ ਇਹੋ ਜਿਹਾ ਇਹ ਹੋਊਗਾ ਜਿੱਥੇ 4 ਲੱਖ ਤੋਂ ਜ਼ਿਆਦਾ ਇੰਡੀਵਿਜੂਅਲ ਇੱਥੇ ਹੋਣਗੇ, ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਗਲਾ ਸੈਂਸਸ ਹੁੰਦਾ ਅਤੇ 2041 ਤੱਕ ਗੱਲਬਾਤ ਜਾਂਦੀ ਹੈ, ਉਸ ਵੇਲੇ ਇੰਡੀਜੀਨੀਅਸ ਜਿਹੜੇ ਲੋਕ ਨੇ ਉਹਨਾਂ ਦੀ ਪਾਪੂਲੇਸ਼ਨ ਇੱਥੇ ਕਾਫੀ ਜ਼ਿਆਦਾ ਵਧਣ ਦੀ ਅੰਦਾਜ਼ਾ ਲਾਇਆ ਜਾ ਰਿਹਾ। ਵੈਕਸੀਨ ਬਾਰੇ ਵੱਖ-ਵੱਖ ਸਮਿਆਂ ਦੇ ਉੱਤੇ ਵੱਖ-ਵੱਖ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਲਾਸਟ ਵੀਕ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਸਾਡੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਉਹਦੇ ਵਿੱਚ ਦੱਸਿਆ ਗਿਆ ਕਿ ਜਿਹੜੀ ਕੁਝ ਵੈਕਸੀਨਸ ਨੇ ਉਹਨਾਂ ਦਾ ਅਸਰ ਦੂਜੀਆਂ ਵੈਕਸੀਨਸ ਦੇ ਨਾਲੋਂ ਜ਼ਿਆਦਾ ਲੱਗ ਰਿਹਾ ਹੈ। ਹਾਲਾਂਕਿ ਇਹਦੇ ਬਾਰੇ ਹਮੇਸ਼ਾ ਹੀ ਵਾਦ-ਵਿਵਾਦ ਰਿਹਾ ਕਿ ਕਿਹੜੀ ਵੈਕਸੀਨ ਲਗਵਾਉਣੀ ਚਾਹੀਦੀ ਹੈ, ਕਿ ਮਿਕਸ ਐਂਡ ਮੈਚ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਦੱਸਿਆ ਜਾ ਰਿਹਾ ਕਿ ਕੁਝ ਵੈਕਸੀਨਸ ਦੇ ਵਿੱਚ ਜਿਹੜਾ ਰਿਸਪੌਂਸ ਸੀਗਾ ਉਹਦੇ ਬਲੱਡ ਦੇ ਵਿੱਚ ਜਦੋਂ ਐਂਟੀਬੋਡੀਜ਼ ਦੇਖੀਆਂ ਗਈਆਂ ਤਾਂ ਉਹ ਕਹਿੰਦੇ 100% ਪ੍ਰੋਟੈਕਸ਼ਨ ਤਾਂ ਸਾਨੂੰ ਹਜੇ ਤੱਕ ਨਹੀਂ ਮਿਲੀ, ਪਰ ਮੋਡਰਨਾ ਇਹਦੀ ਹਾਇਰ ਐਂਟੀਬੋਡੀਜ਼ ਜਿਹੜੀਆਂ ਬਣ ਰਹੀਆਂ ਆ ਫਾਈਜ਼ਰ ਦੇ ਮੁਕਾਬਲੇ। ਡਾਕਟਰ ਬੋਨੀ ਹੈਨਰੀ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਹ ਕਹਿੰਦੇ ਕਿਉਂਕਿ ਮੋਡਰਨਾ mRNA ਵੈਕਸੀਨ ਹੈ, ਇਹਦੇ ਵਿੱਚ ਜ਼ਿਆਦਾ ਅਮਾਊਂਟ ਦਾ ਐਂਟੀਜਨ, ਉਹ ਸਬਸਟੈਂਸ ਜਿਹੜਾ ਇਮਿਊਨ ਰਿਸਪੌਂਸ ਕ੍ਰੀਏਟ ਕਰਦਾ ਆ, ਜਿਹੜਾ ਸਾਡੀ ਬੋਡੀ ਦੇ ਅੰਦਰ ਭੇਜਿਆ ਜਾਂਦਾ, ਮੋਡਰਨਾ ਦੀ ਵੈਕਸੀਨਸ ਦੇ ਵਿੱਚ ਉਹ ਐਂਟੀਜਨ ਜ਼ਿਆਦਾ ਆ। ਕਿਉਂਕਿ ਉਹ ਐਂਟੀਜਨ ਜ਼ਿਆਦਾ ਆ, ਇਸ ਕਰਕੇ ਐਂਟੀਬੋਡੀਜ਼ ਵੀ ਜ਼ਿਆਦਾ ਬਣ ਰਹੀਆਂ ਔਰ ਲੰਬੇ ਸਮੇਂ ਤੱਕ ਲੈ ਰਹੀਆਂ ਫਾਈਜ਼ਰ ਵੈਕਸੀਨ ਦੇ ਮੁਕਾਬਲੇ। ਉਹ ਕਹਿੰਦੇ ਸਾਡੇ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਆ ਕਿ ਮੋਡਰਨਾ ਦੇ ਵਿੱਚ ਜ਼ਿਆਦਾ ਐਂਟੀਜਨ ਹੈਗੇ ਆ ਅਤੇ ਇਹਦਾ ਸਟਰੋਂਗਰ ਰਿਸਪੌਂਸ ਹੈਗਾ ਆ। ਇਸ ਵੇਲੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ 83% ਬ੍ਰਿਟਿਸ਼ ਕੋਲੰਬੀਅਨਸ ਜਿਹੜੇ ਹੈਗੇ ਆ 12 ਸਾਲ ਤੋਂ ਉੱਪਰ ਉਹ ਫੁੱਲੀ ਵੈਕਸੀਨੇਟ ਹੋ ਚੁੱਕੇ ਨੇ। ਬਹੁਤ ਵੱਡਾ ਨੰਬਰ ਆ ਇੱਕ ਇਹ। ਜਿਹੜੀ ਪ੍ਰੋਵਿੰਸ ਦੀ ਸਰਕਾਰ ਆ ਉਹਨਾਂ ਨੇ ਬੂਸਟਰ ਸ਼ਾਟ ਪ੍ਰੋਗਰਾਮ ਵੀ ਸ਼ੁਰੂ ਕੀਤਾ ਆ 3rd ਡੋਜ਼ ਵੈਕਸੀਨ ਦਾ। ਜਿਹੜੇ ਲੌਂਗ ਟਰਮ ਕੇਅਰ ਫੈਸਿਲਿਟੀਜ਼ ਦੇ ਵਿੱਚ ਲੋਕ ਹੈਗੇ ਆ, ਜਿਹੜੇ ਮੋਡਰੇਟਲੀ ਜਾਂ ਸਵੀਅਰਲੀ ਇਮਿਊਨੋ ਕੰਪਰੋਮਾਈਜ਼ ਨੇ, ਭਾਵ ਉਹਨਾਂ ਨੂੰ ਕੋਈ ਨਾ ਕੋਈ ਸਮੱਸਿਆ ਹੈਗੀ ਆ, ਉਹਨਾਂ ਦੇ ਲਈ ਜਿਹੜੀ ਬੂਸਟਰ ਡੋਜ਼, ਹੁਣ ਇਹ ਗੱਲਬਾਤ ਸਮਝ ਨਹੀਂ ਆ ਰਹੀ ਕਿ ਬੂਸਟਰ ਡੋਜ਼ ਜਿਹੜੀ ਕਿਹੜੀ ਲਵਾਈ ਜਾਵੇ। ਲੋਕ ਥੋੜ੍ਹਾ ਜਿਹਾ ਇਸ ਗੱਲ ਤੋਂ ਵੀ ਵਿਸ਼ਵਾਸ ਨਹੀਂ ਕਰਦੇ, ਕਿਉਂਕਿ ਸਰਕਾਰ ਨੇ ਪਹਿਲਾਂ ਕਿਹਾ ਸੀ, ਸਿਹਤ ਮਹਿਕਮੇ ਨੇ ਪਹਿਲਾਂ ਕਿਹਾ ਸੀ ਕਿ ਤੁਸੀਂ ਐਸਟਰਾਜ਼ੈਨੇਕਾ ਵੈਕਸੀਨ ਬਹੁਤ ਵਧੀਆ ਆ, ਅਪਰੂਵਡ ਆ, ਲਵਾ ਲਓ, ਅਤੇ ਲੋਕਾਂ ਨੇ ਐਸਟਰਾਜ਼ੈਨੇਕਾ ਵੈਕਸੀਨ ਲਵਾ ਲਈ ਸੀ। ਉਹਦੇ ਤੋਂ ਬਾਅਦ ਫਿਰ ਕਿਹਾ ਸੀ ਕਿ ਜੇਕਰ 2 ਵੈਕਸੀਨ ਰਲਾ ਕੇ ਲਾ ਲਓਗੇ ਤਾਂ ਉਹਦਾ ਫਾਇਦਾ ਹੋਰ ਜ਼ਿਆਦਾ ਹੁੰਦਾ। ਪਰ ਸਮੱਸਿਆ ਉਦੋਂ ਆਈ ਸੀ ਜਦੋਂ ਯੂਰਪ ਵਿੱਚ ਟਰੈਵਲ ਕਰਨ ਵਾਲੇ ਜਾਂ ਅਮਰੀਕਾ ਦੇ ਵਿੱਚ ਟਰੈਵਲ ਕਰਨ ਵਾਲੇ ਲੋਕ ਉੱਥੇ ਗਏ ਤਾਂ ਉਹਨਾਂ ਸਰਕਾਰਾਂ ਨੇ ਇਹਨਾਂ ਨੂੰ ਮਾਨਤਾ ਨਹੀਂ ਦਿੱਤੀ। ਕੁਝ ਦੇਸ਼ਾਂ ਨੇ ਮਿਕਸ ਐਂਡ ਮੈਚ ਨੂੰ ਮਾਨਤਾ ਨਹੀਂ ਦਿੱਤੀ ਅਤੇ ਕੁਝ ਦੇਸ਼ਾਂ ਨੇ ਜਿਹੜੀ ਐਸਟਰਾਜ਼ੈਨੇਕਾ ਨੂੰ ਮਾਨਤਾ ਨਹੀਂ ਦਿੱਤੀ। ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜੀ ਮੋਡਰਨਾ ਆ ਇਹ ਜ਼ਿਆਦਾ ਚੰਗੀ ਆ, ਅਤੇ ਲੋਕਾਂ ਨੂੰ ਜਿਹੜੀ ਹੈਗੀ ਆ ਸਟੱਡੀਜ਼ ਜਿਹੜੀਆਂ ਦੱਸ ਰਹੀਆਂ, ਉਹ ਕਹਿੰਦੇ ਕਿ 3ਜੀ ਡੋਜ਼ ਮੋਡਰਨਾ ਹੀ ਦਿੱਤੀ ਜਾਊਗੀ ਬਹੁਤ ਸਾਰੇ ਲੋਕਾਂ ਨੂੰ, ਤਾਂ ਕਿ ਉਹਨਾਂ ਦੇ ਵਿੱਚ ਸਟਰੋਂਗ ਇਮਿਊਨ ਰਿਸਪੌਂਸ ਬਣ ਸਕੇ। ਉਹ ਕਹਿੰਦੇ ਅਸੀਂ ਜਿਹੜੀ ਇਸ ਗੱਲ ਨੂੰ ਪ੍ਰੈਫਰ ਕਰਦੇ ਹਾਂ ਕਿ ਮੋਡਰਨਾ ਹੀ, ਹੁਣ ਕਿਉਂਕਿ ਇਹਦੇ 'ਚ ਐਂਟੀਬੋਡੀਜ਼ ਜ਼ਿਆਦਾ ਬਣ ਰਹੀਆਂ ਤਾਂ 3ਜੀ ਜਿਹੜੀ ਡੋਜ਼ ਆ ਉਹ ਮੋਡਰਨਾ ਹੀ ਦਿੱਤੀ ਜਾਊਗੀ। ਪਰ ਹਜੇ ਤੱਕ ਉਹ ਕਹਿੰਦੇ ਇਹਦੇ ਬਾਰੇ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਕਿ ਸੀਨੀਅਰਸ ਨੂੰ ਜਿਹੜੇ ਬੂਸਟਰ ਸ਼ਾਟ ਦੇਣੇ ਜਾਣੇ ਆ ਉਹ ਅਕਤੂਬਰ ਦੇ ਵਿੱਚ ਹੁਣ ਤੋਂ ਲੈ ਕੇ 3ਜੀ ਡੋਜ਼ ਜਿਹੜੀ ਆ 1 ਲੱਖ ਹੋਰ ਲੋਕਾਂ ਨੂੰ ਜਿਹੜੇ ਸਵੀਅਰਲੀ ਇਮਿਊਨੋ ਕੰਪਰੋਮਾਈਜ਼ ਨੇ ਉਹਨਾਂ ਨੂੰ ਦਿੱਤੀ ਜਾਣੀ ਹੈ। ਉਹਨਾਂ ਦੇ ਵਿੱਚ ਮੋਡਰਨਾ ਯੂਜ਼ ਕੀਤੀ ਜਾ ਸਕਦੀ ਹੈ। ਇਹਦੇ ਬਾਰੇ ਵੀ ਗੱਲਾਂ ਬਾਤਾਂ ਚੱਲ ਰਹੀਆਂ ਆ। ਉਹ ਕਹਿੰਦੇ ਜਿਹੜੇ ਡਾਇਲਿਸਿਸ 'ਤੇ ਆ ਜਾਂ ਕੋਈ ਕਿਡਨੀ ਦੀ ਜਾਂ ਹੋਰ ਪ੍ਰੋਬਲਮ ਹੈਗੀ ਆ, ਉਹਨਾਂ ਨੂੰ ਵੀ 3rd ਸ਼ਾਟ ਜਿਹੜਾ ਆ ਅਸੀਂ ਬੂਸਟਰ ਸ਼ਾਟ ਦੇ ਸਕਦੇ ਹਾਂ। ਅਤੇ ਬੂਸਟਰ ਸ਼ਾਟ ਬਾਰੇ ਜਿਹੜੀ 60 ਸਾਲ ਤੋਂ ਉੱਤੇ ਫਸਟ ਨੇਸ਼ਨਸ ਹੈਗੇ ਆ ਜਾਂ ਹੈਲਥ ਕੇਅਰ ਵਰਕਰਸ ਹੈਗੇ ਆ ਜਿਹੜੇ ਪਹਿਲਾਂ ਵੈਕਸੀਨੇਟ ਹੋ ਸੀਗੇ, ਉਹਨਾਂ ਨੂੰ ਵੀ ਇਹਦੇ ਬਾਰੇ ਵਿਚਾਰ ਕੀਤੀ ਜਾ ਰਹੀ ਹੈ ਕਿ ਵੈਕਸੀਨ ਉਹਨਾਂ ਨੂੰ ਵੀ ਦਿੱਤੀ ਜਾ ਸਕਦੀ ਆ। ਪਿਛਲੇ ਸਮੇਂ ਦੇ ਵਿੱਚ ਜਦੋਂ ਦਾ COVID-19 ਹੋਇਆ, ਇਹਦਾ ਅੰਤਰਰਾਸ਼ਟਰੀ ਟਰੈਵਲਰ ਦੇ ਉੱਤੇ ਬਹੁਤ ਵੱਡਾ ਅਸਰ ਪਿਆ। ਅੰਤਰਰਾਸ਼ਟਰੀ ਟਰੈਵਲ ਬਹੁਤ ਸਾਰਾ ਬੰਦ ਰਿਹਾ। ਅਜੇ ਵੀ ਭਾਵੇਂ ਕਿ ਪੂਰੀ ਦੁਨੀਆ ਦੇ ਵਿੱਚ ਕੋਵਿਡ ਦੇ ਕੇਸ ਕੁਛ ਥਾਵਾਂ ਦੇ ਉੱਤੇ ਘਟ ਰਿਹਾ, ਵੈਕਸੀਨੇਸ਼ਨ ਬਹੁਤ ਸਾਰੀ ਵੱਧ ਰਹੀ ਹੈ, ਪਰ ਫਿਰ ਵੀ ਜਿਹੜਾ ਅੰਤਰਰਾਸ਼ਟਰੀ ਯਾਤਰਾ ਆ ਉਹਨੂੰ ਸਾਰੀਆਂ ਸਰਕਾਰਾਂ ਕਿਸੇ ਨਾ ਕਿਸੇ ਤਰ੍ਹਾਂ ਕਹਿ ਰਹੀਆਂ ਕਿ ਨਾ ਕੀਤੀ ਜਾਵੇ ਜਿੰਨਾ ਚਿਰ ਬਹੁਤ ਜ਼ਰੂਰੀ ਨਾ ਹੋਵੇ।
ਇਸ ਸਮੇਂ ਦੇ ਵਿੱਚ ਬੜਾ ਲੰਬਾ ਸਮਾਂ ਭਾਰਤ ਤੇ ਕੈਨੇਡਾ ਦੀਆਂ ਇੰਟਰਨੈਸ਼ਨਲ ਫਲਾਈਟਸ ਦੇ ਉੱਤੇ ਰੋਕ ਲੱਗੀ ਰਹੀ, ਨਹੀਂ ਆਉਂਦੀਆਂ ਸੀ। ਹੁਣ ਥੋੜ੍ਹਾ ਚਿਰ ਪਹਿਲਾਂ ਇਹ ਸ਼ੁਰੂ ਹੋਈਆਂ, ਲੋਕ ਇੱਧਰ ਉੱਧਰ ਆਉਣਾ ਜਾਣਾ ਸ਼ੁਰੂ ਹੋਇਆ, ਪਰ ਇਹਦੇ ਨਾਲ ਨਾਲ ਬਾਕੀ ਦੇਸ਼ਾਂ ਦੇ ਨਾਲ ਇਹ ਸਾਰਾ ਕੁਝ ਠੀਕ ਠਾਕ ਨਹੀਂ ਹੈ। ਕਈ ਥਾਵਾਂ ਦੇ ਉੱਤੇ ਫਲਾਈਟ ਸ਼ੁਰੂ ਹੋਣ ਤੋਂ ਬਾਅਦ ਰੋਕ ਦਿੱਤੀਆਂ ਗਈਆਂ। ਹਾਂਗਕਾਂਗ ਨੇ ਕੁਝ ਥਾਵਾਂ ਦੇ ਉੱਤੇ ਤਾਂ ਕੈਨੇਡਾ ਇੱਕ ਪਾਸਿਓਂ ਫਲਾਈਟਸ ਬੰਦ ਕਰ ਦਿੰਦਾ ਵੀ ਜਿਹੜੇ ਲੋਕ ਸਾਡੇ ਕੋਲ ਆ ਰਹੇ ਆ ਉਹ ਕੋਵਿਡ ਪੋਜ਼ੀਟਿਵ ਆਉਂਦੇ ਆ, ਅਸੀਂ ਬੰਦ ਕਰ ਰਹੇ ਹਾਂ। ਕੁਝ ਥਾਵਾਂ ਦੇ ਉੱਤੇ ਉਹ ਦੇਸ਼ ਕੈਨੇਡਾ ਦੀਆਂ ਫਲਾਈਟਸ ਤੋਂ ਬੰਦ ਕਰ ਦਿੰਦੇ ਆ ਕਿ ਕੈਨੇਡਾ ਤੋਂ ਜਿਹੜੇ ਪੋਜ਼ੀਟਿਵ ਲੋਕ ਸਾਡੇ ਆ ਰਹੇ, ਇਸ ਕਰਕੇ ਅਸੀਂ ਫਲਾਈਟਸ ਨਹੀਂ ਚੱਲਣ ਦੇਣੀਆਂ। ਔਰ ਇੱਕ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਦੇਖਣ ਵਾਲੀ ਆ ਕਿ ਹੁਣ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਕੰਪਲੀਟ ਬੈਨ ਕਿਸੇ ਵੀ ਫਲਾਈਟਸ ਦੇ ਉੱਤੇ ਨਾ ਲੱਗੇ, ਕਿ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ, ਹੋ ਸਕਦਾ ਕੁਛ ਏਅਰਪੋਰਟਸ ਤੋਂ ਕੁਛ ਏਅਰਪੋਰਟਸ ਤੱਕ ਇਹ ਬੈਨ ਲੱਗੇ। ਜਿਹਦੀ ਇੱਕ ਉਦਾਹਰਨ ਹਾਂਗਕਾਂਗ ਦੇ ਵਿੱਚ ਦੇਖਣ ਨੂੰ ਮਿਲੀ ਆ। ਹਾਂਗਕਾਂਗ ਨੇ ਜਿੰਨੀਆਂ ਵੀ ਡਾਇਰੈਕਟ ਫਲਾਈਟਸ ਏਅਰ ਕੈਨੇਡਾ ਦੀਆਂ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਤੋਂ ਆਈਆਂ ਸੀ, ਉਹ 2 ਹਫ਼ਤੇ ਦੇ ਲਈ ਉਹਨਾਂ ਨੂੰ ਬੈਨ ਕਰ ਦਿੱਤਾ ਕਿ ਕੋਵਿਡ-19 ਦੇ ਕੇਸਿਸ ਜ਼ਿਆਦਾ ਆ ਰਹੇ ਆ, ਇਸ ਕਰਕੇ ਏਅਰ ਕੈਨੇਡਾ ਦੀਆਂ ਡਾਇਰੈਕਟ ਵੈਨਕੂਵਰ ਤੋਂ ਹਾਂਗਕਾਂਗ ਨੂੰ ਫਲਾਈਟਸ ਨਹੀਂ ਚੱਲਣਗੀਆਂ। ਇੱਥੇ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਉਹਨਾਂ ਨੇ ਸਿਰਫ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟਸ ਤੋਂ ਫਲਾਈਟਸ ਬੰਦ ਕੀਤੀਆਂ, ਟੋਰਾਂਟੋ ਤੋਂ ਨਹੀਂ। ਉਹ ਫਲਾਈਟਸ ਉਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ। ਦੂਜੀ ਗੱਲ, ਇਹ ਫਲਾਈਟਸ ਹਾਂਗਕਾਂਗ ਨੇ ਬੰਦ ਕੀਤੀਆਂ, ਕੈਨੇਡਾ ਨੇ ਬੰਦ ਨਹੀਂ ਕੀਤੀਆਂ। ਅਗਲੀ ਗੱਲ ਇਹਦੇ ਵਿੱਚ ਜਿਹੜੀ ਬਹੁਤ ਮਹੱਤਵਪੂਰਨ ਹੈ, ਜਿਹੜੀ ਸਾਨੂੰ ਇਹ ਵੀ ਦੱਸਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਕੀ ਆ, ਕਿ ਉਹਨਾਂ ਨੇ ਇਹਦੇ ਨਾਲ ਇੱਕ ਟਾਈਮ ਦਿੱਤਾ ਕਿ 2 ਹਫ਼ਤੇ ਦੇ ਲਈ ਅਸੀਂ ਇਹ ਫਲਾਈਟਸ ਬੰਦ ਕਰ ਰਹੇ ਹਾਂ, ਉਹਦੇ ਤੋਂ ਬਾਅਦ ਇਹ ਫਲਾਈਟਸ ਨੋਰਮਲ ਹੋ ਜਾਣਗੀਆਂ। ਸੋ ਇੱਕ ਇਹ ਗੱਲ ਜਿਹੜੀ ਸਾਨੂੰ ਦੇਖਣ ਨੂੰ ਸਮਝਣ ਨੂੰ ਜਿਹੜੀ ਲੱਗਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਸੇ ਦੇਸ਼ ਦੀਆਂ ਫਲਾਈਟਸ ਡਾਇਰੈਕਟ ਬੰਦ ਹੁੰਦੀਆਂ ਵੀ ਆ, ਇੱਕ ਤਾਂ ਬਹੁਤ ਥੋੜ੍ਹੇ ਜਿਹੇ ਸਮੇਂ ਲਈ ਟੈਂਪਰੇਰੀ ਤੌਰ 'ਤੇ ਹੋਣਗੀਆਂ, ਦੂਜੀਆਂ ਉਹ ਕਿਸੇ ਇੱਕ ਏਅਰਪੋਰਟ ਤੋਂ ਜਿੱਥੋਂ ਕੇਸਿਸ ਜ਼ਿਆਦਾ ਆ ਰਹੇ ਉੱਥੋਂ ਹੋ ਸਕਦੀਆਂ। ਹੁਣ ਇੱਕ ਮਤਲਬ ਆਸ ਦੀ ਗੱਲ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਬੈਨ, ਜਿਹੜੇ ਪੱਕੇ ਬੈਨ ਆ, ਉਹ ਨਹੀਂ ਲੱਗਣਗੇ। ਟੈਰੀਟਰੀ ਸੈਂਟਰ ਫॉर ਹੈਲਥ ਪ੍ਰੋਟੈਕਸ਼ਨ CHP, ਉਹਨਾਂ ਦੇ ਅਫੀਸ਼ੀਅਲਸ ਨੇ ਕਿਹਾ ਆ ਕਿ 60 ਜਿਹੜੇ ਕੇਸਿਸ ਆ ਇਨਫੈਕਸ਼ਨ ਦੇ ਪਹਿਲੇ 2 ਹਫ਼ਤਿਆਂ ਦੇ ਵਿੱਚ, ਇਸ ਮਹੀਨੇ ਦੇ ਵਿੱਚ, ਜਿਨ੍ਹਾਂ ਦੇ ਵਿੱਚ ਇੱਕ ਪੈਸੰਜਰ ਜਿਹੜਾ ਅਕਤੂਬਰ 13 ਨੂੰ ਏਅਰ ਕੈਨੇਡਾ ਫਲਾਈਟਸ ਦੇ ਵਿੱਚ ਵੈਨਕੂਵਰ ਤੋਂ ਆਇਆ ਸੀ, ਉਹ ਪਾਏ ਗਏ ਆ। ਇਹ ਵੀ ਉਹ ਕਹਿੰਦੇ ਆ ਕਿ ਬਹੁਤ ਸਾਰੇ ਹੋਰ ਪੈਸੰਜਰਸ ਨੇ ਜਿਹੜੇ ਡਿਜ਼ੀਜ਼ ਪ੍ਰੀਵੈਂਸ਼ਨ ਅਤੇ ਕੰਟਰੋਲ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਪੂਰਾ ਨਹੀਂ ਕਰ ਸਕੇ, ਅਤੇ ਇਸ ਕਰਕੇ ਅਫੀਸ਼ੀਅਲਸ ਨੂੰ ਮਜਬੂਰ ਹੋ ਕੇ ਇਹਨੂੰ 29 ਅਕਤੂਬਰ ਤੱਕ ਇਹਨਾਂ ਫਲਾਈਟਸ ਨੂੰ ਬੰਦ ਕਰਨਾ ਪਿਆ। ਇਹਦੇ ਨਾਲ ਬਹੁਤ ਸਾਰੀਆਂ ਹੋਰ ਫਲਾਈਟਸ ਜਿਹੜੀਆਂ ਉਹਨਾਂ ਨੂੰ ਰੀਸਕੇਜੂਲ ਕੀਤਾ। ਪੈਸੰਜਰਸ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਤੁਸੀਂ ਏਅਰ ਕੈਨੇਡਾ ਦੇ ਨਾਲ ਕੰਟੈਕਟ ਕਰੋ, ਉਹ ਤੁਹਾਨੂੰ ਗਾਈਡ ਕਰ ਦੇਣਗੇ। ਫਿਰ ਇੱਕ ਵਾਰੀ ਇਹ ਮਹੱਤਵਪੂਰਨ ਗੱਲ ਦੱਸਣਯੋਗ ਆ ਕਿ ਏਅਰ ਕੈਨੇਡਾ ਦੀਆਂ ਟੋਰਾਂਟੋ ਤੋਂ ਹਾਂਗਕਾਂਗ ਨੂੰ ਫਲਾਈਟਸ ਦੇ ਉੱਤੇ ਇਹ ਸਾਰੇ ਕੁਛ ਦਾ ਕੋਈ ਵੀ ਅਸਰ ਨਹੀਂ ਹੋਇਆ, ਉਹ ਆਪਣੀ ਦੀ ਤਰ੍ਹਾਂ ਪਹਿਲਾਂ ਦੀ ਤਰ੍ਹਾਂ ਚੱਲ ਰਹੀਆਂ ਨੇ। ਗਲੋਬਲ ਸਿਚੁਏਸ਼ਨ ਕੋਵਿਡ-19 ਦੀ ਜਿਹੜੀ ਆ ਹਜੇ ਤੱਕ ਬਹੁਤੀ ਸੁਧਰੀ ਨਹੀਂ ਹੈ, ਅਤੇ ਲਗਾਤਾਰ ਨੰਬਰ ਆਫ ਕੇਸਿਸ ਜਿਹੜੇ ਵੱਧ ਰਹੇ ਆ। ਮਿਊਟੈਂਟ ਸਟ੍ਰੇਨ ਜਿਹੜਾ ਵਾਇਰਸ ਨੇ ਆਪਣਾ ਦੱਸਦੇ ਕਿ ਰੂਪ ਬਦਲਿਆ, ਉਹਦੇ ਜਿਹੜੇ ਕੇਸਿਸ ਆ ਬਹੁਤ ਜ਼ਿਆਦਾ ਆ ਰਹੇ ਆ। ਅਤੇ ਜਿਹੜੀ CHP ਆ ਉਹ ਸਟਰੋਂਗਲੀ ਉਹਨਾਂ ਨੇ ਆਪਣੇ ਮੈਂਬਰਸ ਨੂੰ ਕਿਹਾ ਆ ਕਿ ਤੁਸੀਂ ਨਾਨ ਐਸੈਂਸ਼ੀਅਲ ਟਰੈਵਲ ਬੰਦ ਕਰ ਦਿਓ, ਕਿਸੇ ਵੀ ਥਾਂ ਦੇ ਉੱਤੇ ਜਿੰਨਾ ਚਿਰ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਆ ਉਹਨਾਂ ਚਿਰ ਨਾ ਜਾਇਆ ਜਾਵੇ। ਅਤੇ ਇਸੇ ਤਰ੍ਹਾਂ ਹੀ ਕੋਵਿਡ-19 ਦਾ ਨੈਗੇਟਿਵ ਟੈਸਟ ਜਿਹੜਾ ਹਾਂਗਕਾਂਗ ਦੇ ਵਿੱਚ ਆਉਣ ਦੇ ਲਈ ਪੈਸੰਜਰਸ ਨੂੰ ਜ਼ਰੂਰੀ ਹੈ, ਵੈਕਸੀਨੇਸ਼ਨ ਦੇ ਲਈ ਉਹਨਾਂ ਨੂੰ ਇਨਕਰੇਜ ਕੀਤਾ ਜਾ ਰਿਹਾ। ਇਸ ਵੇਲੇ ਜਿਹੜੀ ਸਿਚੁਏਸ਼ਨ ਆ ਕਿ ਕੈਨੇਡਾ ਦੇ ਵਿੱਚ ਫਲਾਈਟਸ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਫੁੱਲੀ ਵੈਕਸੀਨੇਟਡ ਹੋਣਾ ਨਹੀਂ ਤੁਹਾਨੂੰ ਜ਼ਰੂਰੀ, ਅਨਲੈਸ ਜਿੱਥੇ ਤੁਸੀਂ ਜਾ ਰਹੇ ਆ ਉਹਨਾਂ ਦੀ ਰਿਕੁਆਇਰਮੈਂਟ ਨਾ ਹੋਵੇ। ਪਰ 30 ਅਕਤੂਬਰ ਤੋਂ ਟਰੈਵਲ ਰਿਕੁਆਇਰਮੈਂਟ ਜਿਹੜੀਆਂ ਉਹ ਬਦਲ ਜਾਣਗੀਆਂ, ਜਿਹਦੇ ਵਿੱਚ 12 ਸਾਲ ਜਾਂ ਉਹਦੇ ਤੋਂ ਕੋਈ ਵੀ ਜਿਹੜਾ ਜ਼ਿਆਦਾ ਉਮਰ ਦਾ ਡਿਪਾਰਟ ਕਰਦਾ ਆ ਕੈਨੇਡੀਅਨ ਏਅਰਪੋਰਟਸ ਤੋਂ ਜਾਂ VIA ਰੇਲ ਦੇ ਵਿੱਚ ਜਾਂ ਰੌਕੀ ਮਾਊਂਟੇਨ ਟ੍ਰੇਨਸ ਦੇ ਵਿੱਚ, ਉਹਨੂੰ ਫੁੱਲੀ ਵੈਕਸੀਨੇਟ ਹੋਣਾ ਜ਼ਰੂਰੀ ਹੋਊਗਾ। ਇੱਕ ਜਿਹੜੀ ਛੋਟੀ ਜਿਹੀ ਟ੍ਰਾਂਜੀਸ਼ਨ ਪੀਰੀਅਡ ਹੋਊਗਾ ਉਹਦੇ ਵਿੱਚ ਨਵੰਬਰ 30 ਤੱਕ, ਜਿੱਥੇ ਜਿਹੜਾ ਪੈਸੰਜਰ ਆ ਉਹ ਵੈਲਿਡ ਕੋਵਿਡ-19 ਮੋਲੀਕੂਲਰ ਟੈਸਟ ਦਿਖਾ ਸਕਦਾ 72 ਘੰਟੇ ਪਹਿਲਾਂ ਦਾ, ਜਿਹੜਾ ਵੈਕਸੀਨੇਸ਼ਨ ਦੇ ਪ੍ਰੂਫ ਦੇ ਅਲਟਰਨੇਟ ਵਜੋਂ ਇੱਕ ਸਹੂਲਤ ਵੀ ਦਿੱਤੀ ਗਈ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।